ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਸਵਰਨ ਸਿੰਘ, ਪੰਨਾ ਨੰਬਰ 153। ਗੜੀ ਦਾ ਘੇਰਾ ਹੋਰ ਤੰਗ ਕਰਨਾ। ਹੁਣ ਅਬਦਸ ਸਮਦ ਖਾਂ ਪਾਸ ਸਿਪਾਹੀਆਂ ਅਤੇ ਸਰਦਾਰਾਂ ਦੀ ਨਫਰੀ 30,000 ਤੋਂ ਵੀ ਵੱਧ ਹੋ ਗਈ। ਉਸ ਨੇ ਘੇਰੇ ਦੀਆਂ ਸਫਾਂ ਸੰਘਣੀਆਂ ਕਰਕੇ ਘੇਰੇ ਨੂੰ ਗੜੀ ਵੱਲ ਖਿਸਕਾਉਣਾ ਸ਼ੁਰੂ ਕਰ ਦਿੱਤਾ। ਦਿਨ ਦੇ ਚਾਨਣ ਵਿੱਚ ਫੌਜ ਵਾਲਿਆਂ ਨੂੰ ਹੌਸਲਾ ਨਾ ਪੈਂਦਾ ਕਿ ਅੱਗੇ ਨੂੰ ਖਿਸਕਣ ਲਈ ਕੋਈ ਹਰਕਤ ਕਰਨ, ਕਿਉਂਕਿ ਸਿੰਘਾਂ ਦੇ ਰਾਮ ਜੰਗਿਆਂ ਚੋਂ ਨਿਕਲੀ ਹੋਈ ਗੋਲੀ ਨਜ਼ਰ ਪਏ ਦੁਸ਼ਮਣ ਲਈ ਮੌਤ ਦਾ ਸੁਨੇਹਾ ਹੁੰਦੀ ਸੀ। ਫੌਜ ਰਾਤ ਨੂੰ ਅੱਗੇ ਵੱਧ ਕੇ ਦਿਨ ਚੜ੍ਹਨ ਤੋਂ ਪਹਿਲਾਂ ਮਿੱਟੀ ਪੁੱਟ ਕੇ 2-2.5 ਹੱਥ ਉੱਚਾ ਥੜਾ ਬਣਾ ਕੇ ਉਸ ਦੀ ਓਟ ਵਿੱਚ ਹੋ ਕੇ ਦਿਨ ਗੁਜ਼ਾਰ ਲੈਂਦੀ ਅਤੇ ਰਾਤ ਨੂੰ ਫਿਰ ਇਸ ਤਰ੍ਹਾਂ ਅੱਗੇ ਨੂੰ ਹਰਕਤ ਕਰਦੀ ਅਤੇ ਇੰਜ ਫੌਜ ਅਤੇ ਗੜੀ ਵਿਚਕਾਰ ਫਾਸਲਾ ਦਿਨੋਂ ਦਿਨ ਘਟ ਰਿਹਾ ਸੀ। ਜਦ ਇਸ ਤਰ੍ਹਾਂ ਅੱਗੇ ਨੂੰ ਖਿਸਕਦੇ ਹੋਇਆਂ ਘੇਰਾ ਗੜੀ ਚੋਂ ਤੋਪ ਦੀ ਮਾਰ ਦੀ ਹੱਦ ਵਿੱਚ ਪਹੁੰਚ ਗਿਆ ਤਾਂ ਸਾਰਿਆਂ ਪਾਸਿਆਂ ਤੋਂ ਗੜੀ ਵੱਲ ਇਕਸਾਰ ਨਜ਼ਦੀਕ ਹੋਣ ਦਾ ਕੰਮ ਵੱਖ-ਵੱਖ ਕਮਾਂਡਰਾਂ ਨੂੰ ਵੰਡ ਦਿੱਤਾ ਗਿਆ। ਆਪ ਅਬਦਸ ਸਮਦ ਖਾਂ ਨੇ ਲਾਹੌਰੀ ਫੌਜ ਜੋ 10,000 ਸੀ ਨਾਲ ਗੜੀ ਦੀ ਦੱਖਣ ਦੀ ਬਾਹੀ ਮੱਲ ਲਈ। ਚੜ੍ਹਦੇ ਪਾਸੇ ਦਿੱਲੀ ਦੀ 20,000 ਫੌਜ ਲੈ ਕੇ ਸਾਹਮਣੇ ਪਾਸੇ ਕਰਮੂਦੀਨ ਹੋ ਗਿਆ। ਜ਼ਕਰੀਆ ਖਾਂ ਦੀ ਕਮਾਨ ਥੱਲੇ ਜੰਮੂ ਦੀ 5,000 ਫੌਜ ਸੀ। ਪਹਾੜ ਦੀ ਬਾਹੀ ਉਸ ਦੇ ਹਵਾਲੇ ਕੀਤੀ ਗਈ। ਚੌਥੀ ਬਾਹੀ ਜੋ ਲਹਿੰਦੇ ਦੀ ਸੀ, ਜਿਸ ਪਾਸੇ ਕੁਝ ਦੂਰੀ ਤੇ ਰਾਵੀ ਦਰਿਆ ਵਗਦਾ ਹੈ, ਇਹ ਗੁਜਰਾਤ, ਐਮਨਾਬਾਦ, ਪੱਟੀ, ਕਲਾਨੌਰ ਦੇ ਫੌਜਦਾਰਾਂ, ਨਵਾਬਾਂ, ਸਰਦਾਰਾਂ ਅਤੇ ਕਾਂਗੜੇ ਅਤੇ ਜਸਰੋਟੇ ਦੇ ਰਾਜਿਆਂ ਦੇ ਸਪੁਰਦ ਕੀਤੀ ਗਈ। ਚੂੰਕਿ ਸਾਂਝੇ ਬਲ ਦੇ ਯਤਨਾਂ ਦੀ ਲੋੜ ਸੀ, ਇਸ ਲਈ ਗੜੀ ਦੇ ਚਾਰੇ ਪਾਸੇ ਲਾਗੇ ਕਰਕੇ ਤੰਬੂ ਲਾ ਦਿੱਤੇ ਗਏ ਅਤੇ ਰੱਸੇ ਨਾਲ ਰੱਸਾ ਬੰਨ੍ਹ ਦਿੱਤਾ ਗਿਆ। ਅਬਦੁਸ ਸਮਦ ਖਾਂ ਨੇ ਹੁਕਮ ਦੇ ਕੇ ਤੋਪਾਂ ਲਈ ਜੋ ਸਿੱਧੇ ਗੋਲੇ ਗੜੀ ਵਿੱਚ ਵਰ੍ਹਾ ਸਕਣ ਉੱਚੇ ਦਮਦਮੇ ਬਣਾ ਲਏ ਅਤੇ ਮੋਰਚੇ ਹੋਰ ਅੱਗੇ ਸਰਕਾ ਦਿੱਤੇ। ਅੰਦਰੋਂ ਸਿੰਘ ਵੀ ਇਹ ਸਭ ਕੁਝ ਹੁੰਦਾ ਵੇਖ ਰਹੇ ਸਨ। ਉਹਨਾਂ ਆਪਣੇ ਬਚਾਓ ਲਈ ਯਤਨ ਜਾਰੀ ਰੱਖੇ। ਦਿਨ ਰਾਤ ਉਹ ਅੰਦਰੋਂ ਗੋਲੀਆਂ ਅਤੇ ਤੀਰਾਂ ਨਾਲ ਦੁਸ਼ਮਣ ਦਾ ਸਿਰ ਦਬਾਈ ਰੱਖਦੇ। ਕਈ ਵਾਰ ਉਹ ਗੜੀ ਦੇ ਵਿੱਚੋਂ ਨਿਕਲ ਕੇ ਦੁਸ਼ਮਣ ਦੇ ਮੋਰਚੇ ਉੱਤੇ ਜਾ ਕੇ ਪੈਂਦੇ ਅਤੇ ਤੀਰਾਂ, ਤਲਵਾਰਾਂ ਅਤੇ ਨੇਜ਼ਿਆਂ ਨਾਲ ਕਈਆਂ ਨੂੰ ਮਾਰ ਖਪਾਉਂਦੇ ਅਤੇ ਫਿਰ ਗੜੀ ਵਿੱਚ ਆ ਵੜਦੇ। ਇਹ ਰੋਜ਼ ਦੇ ਨੁਕਸਾਨ ਤੋਂ ਫੌਜ ਡਾਢੀ ਜਿੱਚ ਹੋ ਗਈ। ਇਹਨਾਂ ਸ਼ਾਹੀ ਲਸ਼ਕਰੀਆਂ ਆਪਣੇ ਘੋੜੇ ਅਤੇ ਆਦਮੀ ਬਚਾਉਣ ਲਈ ਆਪਣੇ ਤੰਬੂਆਂ ਤੋਂ ਅੱਗੇ 10 ਤੋਂ 20 ਗਜ਼ ਤੱਕ ਲੰਮਾ ਮਿੱਟੀ ਨਾਲ ਬੰਨ੍ਹ ਲਿਆ। ਫਿਰ ਸਿੰਘਾਂ ਨੂੰ ਉਦੋਂ ਹੀ ਪਤਾ ਲੱਗਾ ਜਦ ਉਹਨਾਂ ਵਿਚਕਾਰਲੇ ਖਾਲੀ ਥਾਵਾਂ ਨੂੰ ਵੀ ਮਿੱਟੀ ਨਾਲ ਭਰ ਲਿਆ ਅਤੇ ਇਸ ਤਰ੍ਹਾਂ ਸਾਰੇ ਪਾਸੇ ਤੰਬੂਆਂ ਦੇ ਮੂਹਰੇ ਇੱਕ ਕੰਧ ਬਣ ਗਈ, ਜਿਸ ਨਾਲ ਸਿੰਘਾਂ ਦੀ ਗੜੀ ਘਿਰ ਗਈ। ਪਰ ਸਿੰਘਾਂ ਦੇ ਝਪਟੇ ਅੱਗੇ ਇਹ ਰੋਕ ਕੋਈ ਬਹੁਤਾ ਬਚਾਓ ਨਾ ਕਰ ਸਕੀ। ਜੋ ਜਦ ਫੌਜ ਨੂੰ ਚਿੱਤ ਚੇਤਾ ਵੀ ਨਹੀਂ ਸੀ ਹੁੰਦਾ, ਉਹ ਦਲੇਰੀ ਨਾਲ ਸ਼ੂਟ ਮਾਰ ਕੇ ਗੜੀਓਂ ਨਿਕਲਦੇ ਅਤੇ ਸਾਰਿਆਂ ਰੋਕਾਂ ਨੂੰ ਲਤਾੜ ਕੇ ਜੋ ਹੱਥ ਆਉਂਦਾ ਲੈ ਕੇ ਨਿਕਲ ਜਾਂਦੇ। ਮੁਗਲਾਂ ਨੂੰ ਮਗਰ ਪੈਣ ਦੀ ਹਿੰਮਤ ਅਤੇ ਜੁਰਅਤ ਹੀ ਨਾ ਪੈਂਦੀ। ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ ਦੇ ਪਿਤਾ ਨੇ ਤਾਂ ਇਹਨਾਂ ਹੱਲਿਆਂ ਨਾਲ ਵੈਰੀ ਨੂੰ ਚਕਰਾ ਸੁੱਟਿਆ ਸੀ। ਇਹ ਹੱਲਾ ਕਰਕੇ ਫੌਜ ਦੇ ਬਾਜ਼ਾਰਾਂ ਵਿੱਚ ਜਾ ਵੜਦੇ ਅਤੇ ਸੀਰਨੀ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਧੂ ਭਰੂ ਕੇ ਗੜੀ ਵੱਲ ਮੁੜ ਜਾਂਦੇ। ਇਸ ਬਜ਼ੁਰਗ ਸਿੰਘ ਦੀ ਦਲੇਰੀ ਨੂੰ ਵੇਖ ਕੇ ਹੀ ਮੁਗਲ ਸਰਦਾਰ ਅਤੇ ਕੀ ਸਿਪਾਹੀ ਸਭ ਹੈਰਾਨ ਰਹਿ ਜਾਂਦੇ। ਦੁਸ਼ਮਣ ਅਤੇ ਇਸ ਤਰ੍ਹਾਂ ਪੰਜਾ ਮਾਰਨਾ ਬਾਬਾ ਵਿਨੋਦ ਸਿੰਘ ਦਾ ਰੋਜ਼ ਦਾ ਕੰਮ ਹੋ ਗਿਆ ਸੀ। ਵੈਰੀ ਨੇ ਇਸ ਸਿੰਘ ਨੂੰ ਫੜਨ ਦੇ ਮਿੱਥ ਕੇ ਯਤਨ ਕੀਤੇ, ਪਰ ਸਭ ਨਿਸਫਲ ਰਹੇ। ਜੋ ਫੌਜ ਸਵੇਰ ਨੂੰ ਪਹਿਰਾ ਪੱਕਾ ਕਰਦੀ ਸੀ ਤਾਂ ਵਿਨੋਦ ਸਿੰਘ ਸ਼ਾਮ ਨੂੰ ਆ ਪੈਂਦਾ ਅਤੇ ਜੇ ਉਹ ਸ਼ਾਮ ਨੂੰ ਪਹਿਰੇ ਦੀ ਸਖਤਾਈ ਕਰਦੇ ਤਾਂ ਉਹ ਦੁਪਹਿਰੇ ਝਪਟਾ ਮਾਰ ਜਾਂਦਾ। ਬੜੇ ਹੀ ਪਹਿਰੇ ਕਰੜੇ ਕੀਤੇ ਗਏ, ਬੜੀ ਚੌਕਸੀ ਵਰਤੀ, ਪਰ ਬਾਬਾ ਵਿਨੋਦ ਸਿੰਘ ਹਰ ਵਾਰ ਕਾਰਾ ਕਰਕੇ ਸਾਫ਼ ਨਿਕਲ ਜਾਂਦਾ। ਸਿੰਘਾਂ ਦੀ ਦਲੇਰੀ, ਫੁਰਤੀ, ਉਦਮ ਅਤੇ ਜੰਗੀ ਗੁਣਾਂ ਨੂੰ ਵੇਖ ਕੇ ਵੈਰੀ ਵਾਹ ਕਰ ਉੱਠਦਾ ਸੀ। ਵੈਰੀ ਨੂੰ ਹਰ ਸਮੇਂ ਇਹੋ ਤੌਖਲਾ ਲੱਗਾ ਰਹਿੰਦਾ ਸੀ ਕਿ ਅੰਦਰ ਘਿਰੇ ਹੋਏ ਸਿੰਘ ਕਿਸੇ ਵੇਲੇ ਜਾਨਾਂ ਤਲੀ ਤੇ ਧਰ ਕੇ ਇੱਕ ਜ਼ੋਰਦਾਰ ਹੱਲਾ ਕਰਕੇ ਆਪਣੇ ਆਗੂ ਨੂੰ ਸਾਫ਼ ਕੱਢ ਨਾ ਲੈ ਜਾਣ।
ਦਿਨੇ ਰਾਤ ਸਖਤ ਪਹਿਰਾ ਸੀ। ਸਾਰੀ ਰਾਤ ਮਿਸਾਲਾਂ ਬਲਦੀਆਂ ਅਤੇ ਪਹਿਰੇ ਵਾਲਿਆਂ ਦੇ ਹੋਕਰੇ ਵੱਜਦੇ ਰਹਿੰਦੇ। ਇਹ ਘੇਰਾ ਕਈ ਮਹੀਨੇ ਜਾਰੀ ਰਿਹਾ ਅਤੇ ਦੋਹਾਂ ਪਾਸਿਆਂ ਦਾ ਬੜਾ ਨੁਕਸਾਨ ਹੋਇਆ। ਕਮਰੁਦੀਨ ਨੂੰ ਦਿੱਲੀੋਂ ਆਇਆਂ 3 ਮਹੀਨੇ ਹੋ ਗਏ ਸਨ, ਪਰ ਅਜੇ ਸਿੱਟਾ ਕੋਈ ਨਹੀਂ ਸੀ ਨਿਕਲਿਆ। ਘੇਰਾ ਪਏ ਨੂੰ 6 ਮਹੀਨਿਆਂ ਤੋਂ ਉੱਪਰ ਸਮਾਂ ਹੋ ਗਿਆ ਸੀ ਅਤੇ ਗੜੀ ਸਰ ਕਰਕੇ ਬੰਦਾ ਸਿੰਘ ਅਤੇ ਉਸਦੇ ਸਿਪਾਹੀਆਂ ਨੂੰ ਜਿਵੇਂ ਕਿ ਫਰਕਸ਼ੀਅਰ ਦੀ ਖਾਹਿਸ਼ ਸੀ, ਜਿਉਂਦਿਆਂ ਫੜ ਲੈਣਾ ਅਬਦੁਸ ਸਮਦ ਖਾਨ ਨੂੰ ਸੰਭਵ ਪ੍ਰਤੀਤ ਨਹੀਂ ਸੀ ਹੁੰਦਾ। ਇਹ ਘੇਰਾ ਚੁੱਕ ਕੇ ਪਿਛਾਂਹ ਹਟ ਕੇ ਕਿੱਥੇ ਮੂੰਹ ਵਿਖਾਵੇਗਾ। ਉਹ ਬੰਦਾ ਸਿੰਘ ਨਾਲ ਸਿੱਧਾ ਮੱਥਾ ਲਾਉਣ ਦੀ ਥਾਂ ਘੇਰੇ ਨੂੰ ਪੱਕਾ ਪੀੜਾ ਕਰਕੇ ਅੰਦਰਲਿਆਂ ਨੂੰ ਭੁੱਖ ਨਾਲ ਆਤੁਰ ਕਰਕੇ ਫੜਨਾ ਜਾਂ ਮਾਰਨਾ ਚਾਹੁੰਦਾ ਸੀ। ਇਸ ਲਈ ਘੇਰੇ ਨੂੰ ਹੋਰ ਅੱਗੇ ਸਰਕਾ ਲਿਆ ਅਤੇ ਦਿਨ ਰਾਤ ਦਾ ਪਹਿਰਾ ਹੋਰ ਪੱਕਾ ਕਰ ਦਿੱਤਾ। ਇੰਨੀ ਸਖਤੀ ਅਤੇ ਕਰੜਾਈ ਦੇ ਬਾਵਜੂਦ ਵੀ ਦਲੇਰੇ ਜੰਗ ਦੇ ਮਨ ਵਿੱਚ ਇਹ ਭੈ ਘਰ ਕਰੀ ਬੈਠਾ ਸੀ ਕਿ ਬੰਦਾ ਸਿੰਘ ਨੇ ਜਦ ਚਾਹਿਆ ਇਹ ਸਭ ਘੇਰਿਆਂ ਨੂੰ ਅਤੇ ਪਹਿਰਿਆਂ ਦੇ ਹੁੰਦੇ ਹੋਏ ਵੀ ਨਿਕਲ ਜਾਣਾ ਹੈ, ਕਿਉਂਕਿ ਅੱਗੇ ਬਾਦਸ਼ਾਹੀ ਲਸ਼ਕਰ ਘੇਰਾ ਪਾ ਪਾ ਕੇ ਉਸ ਨੂੰ ਫੜਨ ਵਿੱਚ ਸਫਲ ਨਹੀਂ ਸੀ ਹੋ ਸਕਿਆ। ਅੰਦਰ ਜਿੰਨਾ ਚਿਰ ਸਿੰਘਾਂ ਪਾਸ ਦਾਰੂ ਸਿੱਕਾ ਹੈ, ਸਾਡਾ ਨੁਕਸਾਨ ਕਰੀ ਜਾਣਗੇ। ਜਿਸ ਦਿਨ ਮੁੱਕ ਗਿਆ, ਲਾਜ਼ਮੀ ਜਿਸ ਪਾਸੇ ਹੋਏ ਫੌਜ ਨੂੰ ਚੀਰ ਪਾੜ ਕੇ ਨਿਕਲ ਜਾਣਗੇ। ਇਸ ਲਈ ਘੋੜਿਆਂ ਦੇ ਟੱਪ ਜਾਣ ਤੋਂ ਉੱਚੀਆਂ ਅਤੇ ਮਜ਼ਬੂਤ ਰੋਕਾਂ ਖੜੀਆਂ ਕੀਤੀਆਂ ਜਾਣ ਲਈ ਹੁਕਮ ਦੇ ਦਿੱਤਾ। 1000 ਕੁਹਾੜਿਆਂ ਵਾਲੇ ਬੇਲਦਾਰ, 1000 ਤਰਖਾਣ ਆਲੇ ਦੁਆਲੇ ਦੇ ਦਰਖਤ ਵੱਢਣ ਤੇ ਲਾਏ ਗਏ। 2000 ਊਠ ਇਹਨਾਂ ਦਰਖਤਾਂ ਨੂੰ ਚੁੱਕ ਕੇ ਲਿਆਉਂਦੇ। ਤਰਖਾਣ ਇਹਨਾਂ ਦੀਆਂ ਚੂਲਾਂ ਕੱਢ ਕੱਢ ਕੇ ਆਪਸ ਵਿੱਚ ਠੋਕ ਫਸਾ ਕੇ ਜੰਗਲ ਜਿਹਾ ਬਣਾ ਗੜੀ ਦੇ ਦੁਆਲੇ ਖੜਾ ਕਰੀ ਜਾ ਰਹੇ ਸਨ। ਕਿਤੇ ਕੰਡਿਆਂ ਵਾਲੇ ਰੁੱਖ ਧੂ ਕੇ ਲਿਆ ਕੇ ਵਾੜ ਵਾਂਗ ਫਸਾਫਸਾ ਇੰਜ ਰੱਖੀ ਗਏ ਕਿ ਇੱਕ ਉੱਚੀ ਵਾੜ ਜਿਹੀ ਬਣ ਗਈ, ਜਿਸ ਉੱਤੋਂ ਦੀ ਸਵਾਰ ਦਾ ਘੋੜਾ ਟਪਾ ਕੇ ਨਿਕਲ ਜਾਣਾ ਅਸੰਭਵ ਸੀ। ਇਸ ਤਰ੍ਹਾਂ ਰੁੱਖਾਂ ਦੀ ਵਾੜ ਦਾ ਚੱਕਰ ਪੂਰਾ ਹੋ ਗਿਆ। ਫਿਰ ਦਰਖਤਾਂ ਦੀ ਇਸ ਪ੍ਰਕਾਰ ਬਣੀ ਹੋਈ ਫਸੀਲ ਦੇ ਨਾਲ ਅਗਲੇ ਪਾਸਿਓਂ ਮਿੱਟੀ ਪੁੱਟ-ਪੁੱਟ ਕੇ ਉੱਚੇ ਪੈੜ ਬੰਨ੍ਹ ਦਿੱਤੇ। ਇਹ ਸਾਰੇ ਚੱਕਰ ਦਾ ਮਰੜਾ ਬੜੀ ਮਜ਼ਬੂਤ ਰੋਕ ਬਣ ਗਈ। ਗੱਲ ਇੱਥੇ ਹੀ ਬਸ ਨਹੀਂ ਹੋਈ। ਮਰੂੜਾ ਬਣਾਉਣ ਲਈ ਰੁੱਖਾਂ ਦੇ ਅਗਲੇ ਪਾਸਿਓਂ ਜੋ ਮਿੱਟੀ ਪੁੱਟੀ ਗਈ, ਇਸ ਨਾਲ ਸਾਰੀ ਗੜੀ ਦੁਆਲੇ ਖਾਈ ਜਿਹੀ ਬਣ ਗਈ ਸੀ। ਇਸ ਨੂੰ ਹੋਰ ਡੂੰਘਾ ਕਰਕੇ ਇਸ ਦੇ ਕੰਢੇ ਬਿਲਕੁਲ ਸਿੱਧੇ ਖੜਵੇਂ ਬਣਾ ਦਿੱਤੇ, ਤਾਂ ਕਿ ਇਸ ਅੰਦਰ ਜੋ ਬੰਦਾ ਜਾਂ ਘੋੜਾ ਇੱਕ ਵਾਰ ਵੜ ਜਾਵੇ, ਮੁੜ ਕੇ ਆਸਾਨੀ ਨਾਲ ਨਿਕਲ ਨਾ ਸਕੇ। ਘੇਰਾ ਘੱਤਣ ਵਾਲਿਆਂ ਵੱਲੋਂ ਪਾਈਆਂ ਇਤਨੀਆਂ ਸਾਰੀਆਂ ਰੋਕਾਂ ਦੇ ਹੁੰਦਿਆਂ ਹੋਇਆਂ ਵੀ ਸਿੰਘਾਂ ਦੀਆਂ ਅੰਦਰੋਂ ਝਪਟਾਂ ਜਾਰੀ ਸਨ, ਜਿਨ੍ਹਾਂ ਨਾਲ ਬਾਹਰ ਘੇਰਾ ਪਾਉਣ ਵਾਲਿਆਂ ਦਾ ਬੜਾ ਨੁਕਸਾਨ ਹੁੰਦਾ ਰਿਹਾ। ਅੰਦਰੋਂ ਸਿੰਘ ਇੰਨੀ ਮਾਰੂ ਅੱਗ ਵਰਾਉਂਦੇ ਸਨ ਕਿ ਲਸ਼ਕਰੀਆਂ ਨੂੰ ਹੌਸਲਾ ਨਹੀਂ ਸੀ ਪੈਂਦਾ ਕਿ ਖੁੱਲ੍ਹੇ ਥਾਂ ਨਿਕਲ ਕੇ ਗੜੀ ਉੱਤੇ ਧਾਵਾ ਬੋਲ ਸਕਣ, ਕਿਉਂਕਿ ਉਹਨਾਂ ਕਈ ਵਾਰ ਇਹ ਅਜਮਾ ਕੇ ਵੇਖ ਲਿਆ ਸੀ ਅਤੇ ਹਰ ਵਾਰ ਆਪਣੇ ਆਦਮੀ ਮਰਵਾ ਕੇ ਪਿੱਛੇ ਹਟਦੇ ਰਹੇ। ਜਿਵੇਂ ਬਿਫਰੇ ਹੋਏ ਅਤੇ ਘੋਰਨੇ ਵਿੱਚ ਵੜੇ ਸ਼ੇਰ ਨੂੰ ਉਸ ਵਿੱਚੋਂ ਬਾਹਰ ਕੱਢਣਾ ਸ਼ਿਕਾਰੀਆਂ ਲਈ ਅਤੀ ਕਠਿਨ ਹੁੰਦਾ ਹੈ ਅਤੇ ਅੰਦਰ ਵੜ ਕੇ ਉਸ ਨੂੰ ਮਾਰਨਾ ਸ਼ਿਕਾਰੀ ਦੀ ਨਿਸ਼ਚਿਤ ਮੌਤ ਹੁੰਦੀ ਹੈ। ਐਨ ਇਸੇ ਤਰ੍ਹਾਂ ਗੜੀ ਅੰਦਰ ਡਟੇ ਹੋਏ ਸਿੰਘਾਂ ਉੱਤੇ ਅਬਦੁਸ ਸਮਦ ਖਾਨ ਨੂੰ ਸਫਲਤਾ ਦੀ ਕੋਈ ਆਸ ਨਾ ਰਹੀ। ਸਿੰਘਾਂ ਦੀ ਗੜੀ ਦੀ ਬਲਗਣ ਅਤੇ ਇਸ ਦੇ ਦਰਵਾਜ਼ਿਆਂ ਤੱਕ ਪੁੱਜਣ ਲਈ ਫੌਜ ਸਾਰਾ ਢਿੱਲ ਲਾ ਕੇ ਥੱਕ ਚੁੱਕੀ ਸੀ, ਪਰ ਸਾਰੇ ਯਤਨ ਅਕਾਰਥ ਹੀ ਗਏ ਸਨ। ਹੁਣ ਉਹਨਾਂ ਵਾਸਤੇ ਇੱਕ ਹੀ ਰਾਹ ਬਾਕੀ ਰਹਿ ਗਿਆ ਸੀ ਕਿ ਜ਼ਮੀਨ ਦੇ ਹੇਠਾਂ ਦੀ ਸੁਰੰਗ ਪੁੱਟ ਕੇ ਵਲਗਣ ਤੱਕ ਅਪੜਿਆ ਜਾਵੇ ਅਤੇ ਬਰੂਦ ਨਾਲ ਡੇਗ ਕੇ ਪਾੜਾਂ ਵਿੱਚ ਦੀ ਹੱਲਾ ਬੋਲਿਆ ਜਾਵੇ। ਅਬਦੁਸ ਸਮਦ ਖਾਨ ਨੇ ਹੁਕਮ ਦਿੱਤਾ ਕਿ ਗੜੀ ਦੀਆਂ ਨੁਕਰਾਂ ਦੀ ਸੇਧ ਨੂੰ ਸੁਰੰਗਾਂ ਪੁੱਟੀਆਂ ਜਾਣ। ਘੇਰਾ ਪਏ ਨੂੰ 7.5 ਮਹੀਨੇ ਹੋ ਚੁੱਕੇ ਸਨ। ਬੜੀ ਤੇਜ਼ੀ ਨਾਲ ਸੁਰੰਗਾਂ ਪੁੱਟੀਆਂ ਗਈਆਂ। ਇਹ ਸੁਰੰਗਾਂ ਅਜੇ ਗੜੀ ਦੇ ਵੱਡੇ ਦਰਵਾਜ਼ੇ ਤੱਕ ਨਹੀਂ ਸੀ ਅਪੜੀਆਂ ਕਿ ਕਮਰੁਦੀਨ ਖਾਂ ਉਸ ਉੱਚੇ ਥਾਂ ਤੇ ਬਣੇ ਮੋਰਚੇ ਉੱਤੇ ਕਾਬਜ਼ ਹੋ ਗਿਆ, ਜਿੱਥੋਂ ਸਿੰਘ ਗੋਲੀਆਂ ਅਤੇ ਤੀਰਾਂ ਨਾਲ ਵੈਰੀਆਂ ਦਾ ਨੁਕਸਾਨ ਕਰਿਆ ਕਰਦੇ ਸਨ। ਦੂਜੇ ਬੰਨੇ ਜ਼ਕਰੀਆ ਖਾਂ ਗੜੀ ਦੇ ਦੂਸਰੇ ਦਰਵਾਜ਼ੇ ਤੱਕ ਜਾ ਪਹੁੰਚਿਆ, ਜਿਸ ਨੂੰ ਸਿੰਘ ਵਰਤਿਆ ਕਰਦੇ ਸਨ। ਇਸ ਦੇ ਨਾਲ ਹੀ ਚੁਫੇਰਿਓਂ ਹੀ ਫੌਜਦਾਰ ਅਤੇ ਕਮਾਂਡਰਾਂ ਆਪਣੇ ਮੋਰਚੇ ਅੱਗੇ ਨੂੰ ਵਧਾ ਲਏ। ਦੁਸ਼ਮਣ ਨੂੰ ਕਾਫੀ ਸਫਲਤਾ ਮਿਲੀ ਅਤੇ ਉਸਨੇ ਸਿੰਘਾਂ ਨੂੰ ਚੁਫੇਰਿਓਂ ਘੁੱਟ ਸਿਉਂ ਦਿੱਤਾ, ਪਰ ਇੰਨੀ ਸਫਲਤਾ ਦੇ ਬਾਵਜੂਦ ਅਬਦੁਸ ਸਮਦ ਖਾਨ ਨੂੰ ਗੜੀ ਤੇ ਹੱਲਾ ਬੋਲਣ ਦਾ ਹੌਸਲਾ ਨਹੀਂ ਸੀ ਪੈਂਦਾ। ਬੜੀਆਂ ਬੜੀਆਂ ਲੰਮੀਆਂ ਅਤੇ ਮਜ਼ਬੂਤ ਪੌੜੀਆਂ ਤਾਂ ਜ਼ਰੂਰ ਫੌਜ ਪਾਸ ਮੌਜੂਦ ਸਨ, ਪਰ ਅੱਗੇ ਹੋ ਕੇ ਕੰਧ ਨਾਲ ਲਾ ਕੇ ਉੱਪਰ ਚੜ੍ਹੇ ਕੌਣ, ਕਿਉਂਕਿ ਅੰਦਰ ਮੌਤ ਦਾ ਰੂਪ ਧਾਰੀ ਬੈਠੇ ਸਿੰਘ ਸਨ। ਹੁਣ ਸੁਣੋ ਜਰਾ ਅੰਦਰ ਦਾ ਹਾਲ।
ਬਾਹਰ ਘੇਰਾ ਇਤਨਾ ਲਾਗੇ ਅਤੇ ਕਰੜਾ ਹੋ ਗਿਆ ਸੀ ਕਿ ਹੁਣ ਬਾਹਰੋਂ ਕੋਈ ਖਾਣਾ ਦਾਣਾ ਜਾਂ ਘਾਹ ਪੱਠਾ ਲਿਆ ਸਕਣਾ ਬਿਲਕੁਲ ਅਸੰਭਵ ਸੀ। 8 ਮਹੀਨਿਆਂ ਦੇ ਘੇਰੇ ਨੇ ਅੰਦਰ ਜੋ ਕੁਝ ਵੀ ਉਹਨਾਂ ਪਾਸ ਸੀ ਸਾਰਾ ਮੁਕਾ ਦਿੱਤਾ। ਆਦਮੀਆਂ ਅਤੇ ਪਸ਼ੂਆਂ ਵਾਸਤੇ ਖਾਣ ਲਈ ਕੁਝ ਨਹੀਂ ਸੀ ਰਹਿ ਗਿਆ। ਬਰੂਦ ਵੀ ਮੁੱਕ ਗਿਆ। ਲੰਗਰ ਮਸਤਾਨਾ ਹੋ ਗਿਆ। ਲੱਗੇ ਭੁੱਖ ਨਾਲ ਨਿਢਾਲ ਹੋ ਸਿੰਘ ਡਿੱਗਣ। ਭੁੱਖ ਬੜੀ ਜ਼ਾਲਮ ਹੈ। ਇਹਨਾਂ ਸੂਰਮਿਆਂ ਨੂੰ ਵੈਰੀ ਦੀਆਂ ਤੋਪਾਂ, ਬਰੂਦਾਂ ਅਤੇ ਤੀਰ ਨਹੀਂ ਸਨ ਭੈਭੀਤ ਕਰ ਸਕੇ। ਜੋ ਸਨਮੁਖ ਹੋ ਕੇ ਮੌਤ ਵੱਲ ਸਿੱਧੇ ਜਾਂਦੇ ਸਨ, ਉਹਨਾਂ ਨੂੰ ਭੁੱਖ ਨੇ ਭੰਨ ਮਰੋੜ ਕੇ ਰੱਖ ਦਿੱਤਾ। ਕਿਹਾ ਜਾਂਦਾ ਹੈ ਕਿ ਉਹਨਾਂ ਭੁੱਖ ਦੇ ਦੈਂਤਾਂ ਨੂੰ ਸ਼ਾਂਤ ਕਰਨ ਲਈ ਕੰਧਾਂ ਉੱਤੋਂ ਦੀ ਸ਼ਾਹੀ ਸੈਨਾ ਦਿਆਂ ਬੰਦਿਆਂ ਨਾਲ ਗੱਲਬਾਤ ਕਰਕੇ 2-2, 3-3 ਰੁਪਏ ਸੇਰ ਅਨਾਜ ਖਰੀਦਣ ਦਾ ਯਤਨ ਕੀਤਾ, ਪਰ ਇਸ ਨਾਲ ਕਿਤੇ ਲੰਗਰ ਚੱਲ ਸਕਦੇ ਸਨ। ਭੁੱਖ ਦੇ ਕਾਰਨ ਉਹ ਅਤੀ ਲਾਚਾਰ ਹੋ ਗਏ ਸਨ। ਇਸ ਵੇਲੇ ਬਾਬਾ ਵਿਨੋਦ ਸਿੰਘ ਅਤੇ ਬੰਦਾ ਸਿੰਘ ਵਿਚਕਾਰ ਮਤਭੇਦ ਹੋ ਗਿਆ। ਇੰਜ ਮਾਲੂਮ ਹੁੰਦਾ ਕਿ ਇਹ ਮਤਭੇਦ ਲੜਾਈ ਦੇ ਅਗਲੇ ਪ੍ਰੋਗਰਾਮ ਸੰਬੰਧੀ ਵਿਚਾਰਾਂ ਵਿੱਚ ਹੋ ਰਿਹਾ ਸੀ। ਬਾਹਰਲੇ ਘੇਰੇ ਨੂੰ ਵੇਖ ਕੇ ਬਾਬਾ ਵਿਨੋਦ ਸਿੰਘ ਇਹ ਰਾਏ ਦੇ ਰਿਹਾ ਸੀ ਕਿ ਅਜੇ ਵੀ ਵੇਲਾ ਹੈ ਗੜੀ ਨੂੰ ਛੱਡ ਕੇ ਇੱਕ ਤੇਜ਼ ਹਮਲਾ ਮਾਰ ਕੇ ਦੁਸ਼ਮਣ ਦੀਆਂ ਸਫਾਂ ਚੀਰ ਕੇ ਨਿਕਲ ਜਾਣਾ ਚਾਹੀਦਾ ਹੈ। ਗੜੀ ਵਿੱਚ ਰਹਿ ਕੇ ਭੁੱਖਿਆਂ ਮਰਨ ਨਾਲੋਂ ਦੁਸ਼ਮਣ ਨਾਲ ਟੱਕਰ ਲੈ ਕੇ ਰਾਹ ਸਾਫ਼ ਕਰ ਲੈਣਾ ਚਾਹੀਦਾ ਹੈ। ਅੰਦਰ ਬੈਠ ਕੇ ਦੁਸ਼ਮਣ ਦੇ ਹੱਥ ਆ ਕੇ ਜਲੀਲ ਹੋ ਕੇ ਮਰਨ ਨਾਲੋਂ ਉਸਦੇ ਗਲ ਪੈ ਕੇ ਮਰਨਾ ਚੰਗਾ ਹੈ। ਇਹ ਸੰਭਵ ਹੈ ਜੇ ਕੜਕ ਕੇ ਪਈਏ ਤਾਂ ਬਚ ਕੇ ਨਿਕਲ ਜਾਈਏ ਅਤੇ ਫਿਰ ਵੈਰੀ ਨੂੰ ਦੋਹੇ ਹੱਥੀਂ ਲਈਏ। ਪਰ ਬੰਦਾ ਸਿੰਘ ਇਸ ਵਿਚਾਰ ਦਾ ਧਾਰਨੀ ਸੀ ਕਿ ਸਾਨੂੰ ਅੰਤ ਤੱਕ ਇੱਥੇ ਡਟੇ ਰਹਿਣਾ ਚਾਹੀਦਾ ਹੈ। ਗੱਲਾਂ ਵਿੱਚ ਹੀ ਤਲਖੀ ਵੱਧ ਗਈ। ਦੋਹਾਂ ਦੇ ਹੱਥ ਤਲਵਾਰਾਂ ਦੇ ਮੁੱਠੇ ਤੇ ਚਲੇ ਗਏ। ਗੱਲ ਖਤਰਨਾਕ ਅੰਤ ਵੱਲ ਵੱਧਦੀ ਦੇਖ ਕੇ ਕਾਹਨ ਸਿੰਘ ਆਪਣੇ ਪਿਤਾ ਬਾਬਾ ਵਿਨੋਦ ਸਿੰਘ ਅਤੇ ਬੰਦਾ ਸਿੰਘ ਵਿਚਕਾਰ ਆਣ ਖਲੋਤਾ ਅਤੇ ਦੋਹਾਂ ਨੂੰ ਸ਼ਾਂਤ ਰਹਿਣ ਲਈ ਬਿਨਤੀ ਕੀਤੀ। ਫੈਸਲਾ ਹੋਇਆ ਕਿ ਗੜੀ ਚੋਂ ਨਿਕਲ ਜਾਣਾ ਚਾਹੁੰਦਾ ਹੈ ਉਹ ਨਿਕਲ ਜਾਏ। ਬਾਬਾ ਵਿਨੋਦ ਸਿੰਘ ਨੇ ਇਹ ਫੈਸਲਾ ਪ੍ਰਵਾਨ ਕਰ ਲਿਆ। ਆਪਣੀ ਘੋੜੀ ਤੇ ਸਵਾਰ ਹੋ ਕੇ ਗੜੀ ਚੋਂ ਨਿਕਲ ਪਿਆ ਅਤੇ ਬੜੀ ਤੇਜ਼ੀ ਨਾਲ ਦੁਸ਼ਮਣ ਦੇ ਇੱਕ ਪਾਸੇ ਜਾ ਪਿਆ ਅਤੇ ਤਲਵਾਰ ਨਾਲ ਵੈਰੀਆਂ ਨੂੰ ਚੀਰਦਾ ਪਾੜਦਾ ਵੇਖਦਿਆਂ ਅਲੋਪ ਹੋ ਗਿਆ। ਕਾਹਨ ਸਿੰਘ ਬਾਕੀ ਸਿੰਘਾਂ ਵਾਂਗ ਬੰਦਾ ਸਿੰਘ ਦੇ ਨਾਲ ਗੜੀ ਵਿੱਚ ਹੀ ਰਿਹਾ। ਬਾਬਾ ਵਿਨੋਦ ਸਿੰਘ ਆਪਣੇ ਬਾਹੂਬਲ ਨਾਲ ਗਲੀ ਚੋਂ ਬਾਹਰ ਹੋ ਕੇ ਦੁਸ਼ਮਣ ਵਿੱਚ ਦੀ ਬਚ ਕੇ ਨਿਕਲ ਗਏ। ਮਤਭੇਦ ਤਾਂ ਟਲ ਗਿਆ, ਪਰ ਅੰਦਰਲੇ ਸਿੰਘਾਂ ਨੂੰ ਭੁੱਖ ਦਾ ਦੈਂਤ ਉਂਝ ਹੀ ਮੂੰਹ ਟੱਡੀ ਨਿਗਲ ਜਾਣ ਲਈ ਖੜਾ ਸੀ। ਭੁੱਖ ਦਾ ਤਾਂ ਕੋਈ ਦਾਰੂ ਨਾ ਹੋਇਆ। ਸਿੰਘਾਂ ਨੇ ਭਾਣਾ ਮਿੱਠਾ ਕਰਕੇ ਸਿਰ ਤੇ ਸਹਿ ਜਾਣ ਦੇ ਧਾਰ ਲਈ। ਗੜੀ ਅੰਦਰ ਸਿੰਘਾਂ ਦੀ ਚੜ੍ਹਦੀ ਕਲਾ। ਮਿਸਟਰ ਵਿਲੀਅਮ ਇਰਵਿਨ ਖਾਫੀ ਖਾਂ ਦੇ ਆਧਾਰ ਤੇ ਇਸ ਗੜੀ ਵਿੱਚ ਦੀ ਹਾਲਤ ਬਾਰੇ ਲਿਖਦਾ ਹੈ। ਕਿਉਂਕਿ ਸਿੱਖਾਂ ਵਿੱਚ ਜਾਤ ਪਾਤ ਦੀ ਕੋਈ ਮਨੌਤ ਜਾਂ ਨਿਸ਼ਚਿਤ ਪਕਿਆਈ ਨਹੀਂ ਸੀ, ਸੋ ਉਹਨਾਂ ਘੋੜੇ, ਬਲਦ ਅਤੇ ਖੱਚਰਾਂ ਆਦਿ ਝਟਕਾ ਲਏ। ਅੰਦਰ ਹਰ ਚੀਜ਼ ਦੀ ਥੁੜ ਸੀ। ਜਲਾਉਣ ਲਈ ਲੱਕੜ ਬਾਲਣ ਨਾ ਹੋਣ ਕਰਕੇ ਉਹ ਕੱਚਾ ਹੀ ਮਾਸ ਖਾ ਗਏ। ਇਸ ਨਾਲ ਬਹੁਤ ਸਾਰਿਆਂ ਨੂੰ ਖੂਨ ਦੇ ਮਰੋੜ ਦੀ ਬਿਮਾਰੀ ਲੱਗ ਗਈ ਅਤੇ ਕਮਜ਼ੋਰੀ ਨਾਲ ਪ੍ਰਾਣ ਤਿਆਗ ਗਏ। ਜਦ ਘਾਹ ਵੀ ਮੁੱਕ ਗਿਆ ਤਾਂ ਉਹਨਾਂ ਨੇ ਦਰਖਤਾਂ ਦੀਆਂ ਛਿੱਲਾਂ, ਨਰਮ ਟਾਹਣੀਆਂ ਅਤੇ ਪੱਤੇ ਆਦਿ ਸੁਕਾ ਕੇ ਆਟੇ ਵਾਂਗ ਪੀ ਕੇ ਖਾ ਲਏ ਅਤੇ ਆਪਣੀਆਂ ਜਾਨਾਂ ਬਚਾਈ ਰੱਖਣ ਦਾ ਯਤਨ ਕੀਤਾ। ਪਰ ਇਹ ਵੀ ਮੁੱਕ ਗਿਆ ਤਾਂ ਉਹਨਾਂ ਮਰੇ ਪਸ਼ੂਆਂ ਦੀਆਂ ਹੱਡੀਆਂ ਪੀ ਕੇ ਖਾਧੀਆਂ। ਕੋਈ ਕਹਿੰਦੇ ਹਨ ਕਿ ਉਹਨਾਂ ਨੇ ਕੁਝ ਕੁ ਸਿੰਘਾਂ ਨੂੰ ਆਪਣੇ ਪੱਟਾਂ ਦਾ ਮਾਸ ਕੱਟ ਕੇ ਭੁੰਨ ਕੇ ਖਾਂਦਿਆਂ ਨੂੰ ਵੇਖਿਆ ਹੈ। ਇਰਵਿਨ ਸਾਹਿਬ ਸਿੱਖਾਂ ਦੀ ਘੋਰ ਮੁਸੀਬਤ ਦਾ ਇਤਨਾ ਕੁ ਨਕਸ਼ਾ ਦੇ ਕੇ ਜੋ ਕਿਸੇ ਹੋਰ ਲਿਖਤ ਤੇ ਆਧਾਰਿਤ ਹੈ, ਅਗਲੀ ਗੱਲ ਗੋਲ ਕਰ ਜਾਂਦੇ ਹਨ। ਉਹ ਗੱਲ ਹੈ ਕਿ ਅਤੀ ਮੁਸੀਬਤ ਤੇ ਦੀਰਘ ਕਠਿਨਾਈਆਂ ਵਿੱਚ ਵੀ ਸਿੰਘ ਸਬਰ ਸ਼ੁਕਰ ਦਾ ਪੱਲਾ ਨਹੀਂ ਛੱਡਦੇ, ਨਿਰਬਲ ਅਤੇ ਸਾਹਸਹੀਨ ਨਹੀਂ ਹੁੰਦੇ, ਸਗੋਂ ਚੜ੍ਹਦੀ ਕਲਾ ਵਿੱਚ ਹੀ ਰਹਿੰਦੇ ਹਨ। ਇਹ ਉਹ ਗੁਣ ਹੈ ਜੋ ਉਹਨਾਂ ਨੂੰ ਭਿਆਨਕ ਤੋਂ ਭਿਆਨਕ ਖਤਰੇ ਅਤੇ ਸਿਰੇ ਦੀਆਂ ਔਕੜਾਂ ਵਿੱਚ ਵੀ ਅਡੋਲ ਰੱਖਦਾ ਹੈ। ਉਹ ਸਾਹਮਣੇ ਖੜੀ ਮੌਤ ਨਾਲ ਵੀ ਮਸ਼ਕਰੀ ਠੱਠੇ ਦਾ ਸ਼ੁਗਲ ਮੇਲਾ ਕਰਨ ਨੂੰ ਨਹੀਂ ਝਿਜਕਦੇ। ਹਾਜੀ ਕਾਮਵਾਰ ਖਾਂ, ਜੋ ਸਿੱਖਾਂ ਦੇ ਜੌਹਰਾਂ ਤੋਂ ਚੰਗਾ ਵਾਕਿਫ ਹੈ, ਉਹਨਾਂ ਦੀ ਗੜੀ ਦੀਆਂ ਅੰਦਰਲੀਆਂ ਹਾਲਤਾਂ ਨੂੰ ਆਪਣੀ ਪੁਸਤਕ ਤਜ਼ਕਰਾ ਉਲ ਸੁਲਾਤੀਨ ਚੁਗਤੀਆ ਵਿੱਚ ਬਿਆਨ ਕਰਦਾ ਹੈ। ਜਹਾਨਵੀ ਸਿੱਖ ਰਹਿਬਰ ਅਤੇ ਉਸ ਦੇ ਆਦਮੀਆਂ ਨੇ ਉਸ ਸਾਰੀ ਫੌਜੀ ਤਾਕਤ ਦਾ ਡਟ ਕੇ ਮੁਕਾਬਲਾ ਕੀਤਾ ਜਿਹੜੀ ਮਹਾਨ ਅਤੇ ਸ਼ਕਤੀਸ਼ਾਲੀ ਮੁਗਲ ਹਕੂਮਤ 8 ਮਹੀਨੇ ਤੱਕ ਉਹਨਾਂ ਦੇ ਵਿਰੁੱਧ ਇਕੱਠੀ ਕਰ ਸਕੀ। ਸਿੰਘਾਂ ਦੀ ਅਥਾਹ ਭੁੱਖ, ਕਮਜ਼ੋਰ ਹੋ ਚੁੱਕੇ ਮਿਹਦੇ, ਘਾਹ ਬੂਟ, ਰੁੱਖਾਂ ਦੇ ਛਲ ਪੱਤੇ
ਖਾਣ ਨਾਲ ਅਤੇ ਪੇਚਸ ਦੇ ਖੂਨ ਦੇ ਦਸਤ ਲੱਗ ਜਾਣ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਅਨਿਆਈ ਮੌਤ ਦਾ ਸ਼ਿਕਾਰ ਹੋ ਗਏ। ਮਰੇ ਹੋਏ ਡੰਗਰਾਂ ਅਤੇ ਬੰਦਿਆਂ ਦੇ ਗਲ ਸੜ ਰਹੇ ਸਰੀਰਾਂ ਤੋਂ ਉੱਠਦੀ ਬਦਬੂ ਅਹਾਤੇ ਵਿੱਚ ਇੰਜ ਫੈਲ ਗਈ ਕਿ ਸਾਹ ਲੈਣਾ ਔਖਾ ਹੋ ਗਿਆ। ਜੇ ਅਜੇ ਬਚੇ ਹੋਏ ਸਨ ਉਹ ਵੀ ਅਧਮੋਏ ਹੋਏ ਅਤੇ ਸੁੱਕ ਕੇ ਢੀਂਗਰ ਹੋ ਗਏ ਸਨ। ਹਿੱਲਣਾ ਜੁਲਣਾ ਵੀ ਉਹਨਾਂ ਲਈ ਔਖਾ ਹੋ ਗਿਆ ਸੀ। ਇੰਨੇ ਦੁਰਲੱਭ ਹੋ ਗਏ ਸਨ ਕਿ ਉਹਨਾਂ ਪਾਸੋਂ ਆਪਣੇ ਹਥਿਆਰ ਵੀ ਨਹੀਂ ਸਨ ਚੁੱਕੇ ਜਾਂਦੇ। ਇਸ ਹਾਲਤ ਵਿੱਚ ਗੜੀ ਦੀ ਰਾਖੀ ਕਰ ਲੈਣਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਸੀ। ਨੋਟ: ਮੁਹੰਮਦ ਕਾਸਿਮ ਅਤੇ ਹੋਰ ਮੁਸਲਮਾਨ ਲਿਖਾਰੀ ਦੀ ਇਸ ਮਨਘੜਤ ਕਹਾਣੀ ਦੀ ਪੜਤਾਲ ਕਿ ਸਿੰਘਾਂ, ਘੋੜੇ, ਬਲਦ ਅਤੇ ਉਹਨਾਂ ਦੀਆਂ ਹੱਡੀਆਂ ਵੀ ਪੀ ਕੇ ਖਾ ਲਈਆਂ। ਮੁਹੰਮਦ ਹਾਦੀ, ਕਾਮਵਾਰ ਖਾਂ, ਮਿਰਜ਼ਾ ਮੁਹੰਮਦ ਹਰੀਸੀ, ਖਾਫੀ ਖਾਂ ਦੀਆਂ ਲਿਖਤਾਂ ਨੂੰ ਆਧਾਰ ਮੰਨ ਕੇ ਵਿਲੀਅਮ ਇਰਵਿਨ ਨੇ ਦੀ ਲੇਟਰ ਮੁਗਲਜ਼ ਵਿੱਚ ਲਿਖ ਦਿੱਤਾ ਕਿ ਗੜੀ ਵਿੱਚ ਘਿਰੇ ਹੋਏ ਸਿੱਖਾਂ ਨੇ ਖੁਰਾਕ ਦੀ ਥੁੜ ਕਰਕੇ ਪਹਿਲਾਂ ਦਰਖਤਾਂ ਦੇ ਛਿੱਲ ਪੱਤੇ, ਟਾਹਣੀਆਂ ਅਤੇ ਫਿਰ ਘੋੜੇ, ਖੱਚਰ ਅਤੇ ਬਲਦ ਮਾਰ ਕੇ ਖਾ ਲਏ ਅਤੇ ਜਦ ਕੁਝ ਵੀ ਖਾਣ ਨੂੰ ਨਾ ਰਿਹਾ ਤਾਂ ਉਹਨਾਂ ਦੀਆਂ ਹੱਡੀਆਂ ਵੀ ਪੀ ਪੀ ਕੇ ਖਾ ਗਏ। ਸਧਾਰਨ ਪਾਠਕ ਲਈ ਇਹ ਇੱਕ ਝਮੇਲਾ ਬਣ ਜਾਂਦਾ ਹੈ। ਉਸ ਦੀ ਸੂਝ-ਬੂਝ ਅਤੇ ਅਸਲੀਅਤ ਵਿਚਕਾਰ ਇੱਕ ਪਹਾੜ ਖੜਾ ਕਰ ਦਿੱਤਾ ਗਿਆ ਹੈ ਜਿਸ ਤੇ ਉੱਤੋਂ ਦੀ ਨਾ ਲੰਘ ਸਕੇ, ਨਾ ਉਸਨੂੰ ਰਾਹੋਂ ਪਾਸੇ ਕਰ ਸਕੇ। ਸੱਚ ਨੂੰ ਲੁਕੋਇਆ ਨਹੀਂ ਰਹਿਣ ਦਿੱਤਾ ਜਾ ਸਕਦਾ। ਹਿੰਮਤ ਅਤੇ ਮਿਹਨਤ ਨਾਲ ਹੀ ਦੁਨੀਆ ਵਿੱਚ ਟੇਢੇ ਤੋਂ ਟੇਢੇ ਮਸਲੇ ਹੱਲ ਹੋ ਜਾਂਦੇ ਹਨ। ਸੁਹਿਰਦ ਪਾਠਕ ਜੀ, ਆਓ ਖੋਜ ਪੜਤਾਲ ਦੀ ਇਸ ਵਿਧੀ ਰਾਹੀਂ ਖੜੀ ਰੋਕ ਨੂੰ ਟੱਪ ਕੇ ਅਸਲੀਅਤ ਤੱਕ ਪਹੁੰਚਣ ਦਾ ਯਤਨ ਕਰੀਏ। ਕਾਮਵਾਰ ਖਾਂ, ਮਿਰਜ਼ਾ ਮੁਹੰਮਦ ਹਰੀਸੀ ਅਤੇ ਖਾਫੀ ਖਾਂ ਬੰਦਾ ਸਿੰਘ ਦੇ ਸਮਕਾਲੀ ਹਨ। ਮੁਹੰਮਦ ਕਾਸਿਮ ਗੁਰਦਾਸ ਨੰਗਲ ਨੂੰ ਘੇਰਨ ਵਾਲੀ ਫੌਜ ਵਿੱਚ ਸ਼ਾਮਿਲ ਹੈ। ਦੂਜਿਆਂ ਨਾਲੋਂ ਇਸ ਦੀ ਲਿਖਤ ਗਵਾਹੀ ਵਜ਼ਨਦਾਰ ਜਾਪੇਗੀ। ਇਹਨਾਂ ਤੋਂ ਬਿਨਾਂ ਹੋਰ ਵੀ ਜਿੰਨੇ ਮੁਸਲਮਾਨ ਸਮਕਾਲੀ ਇਤਿਹਾਸਕਾਰ ਹਨ, ਸਿੱਖਾਂ ਪ੍ਰਤੀ ਸਾਰਿਆਂ ਨੇ ਤੰਗਦਿਲੀ, ਪੱਖਪਾਤ ਅਤੇ ਤੁਅੱਸਬ ਵਿੱਚ ਅੰਨ੍ਹਿਆ ਹੋ ਕੇ ਲਿਖਿਆ ਹੈ। ਸਿੱਖਾਂ ਦੀ ਬਹਾਦਰੀ, ਦਲੇਰੀ, ਖੁੱਲ੍ਹਦਿਲੀ ਅਤੇ ਇਖਲਾਕ ਦਾ ਵਰਣਨ ਕਰਨ ਲਈ ਇੱਕ ਵੀ ਚੰਗਾ ਸ਼ਬਦ ਇਹਨਾਂ ਪਾਸ ਨਹੀਂ। ਅਸਲੀਅਤ ਨੂੰ ਤਾਂ ਇਹ ਸਮਝਦੇ ਸਾਰੇ ਹਨ ਪਰ ਤੰਗ ਨਜ਼ਰੀ ਅਤੇ ਤੁਅੱਸਬ ਪੇਸ਼ ਨਹੀਂ ਸੀ ਜਾਣ ਦਿੰਦੇ। ਸਿੱਖਾਂ ਬਾਰੇ ਜੇ ਕੋਈ ਸੱਚੀ ਗੱਲ ਲਿਖੀ ਗਈ ਤਾਂ ਦੀਨ ਇਸਲਾਮ ਦੀ ਹੇਠੀ ਹੋ ਜਾਏਗੀ। ਦੂਜੇ ਪਾਸੇ ਹਕੂਮਤ ਕਚੁੰਬਰ ਕੱਢ ਕੇ ਰੱਖ ਦੇਵੇਗੀ। ਦੀਨ ਦੁਨੀਆ ਦੋਵੇਂ ਗਏ। ਇਹਨਾਂ ਇਮਾਮ ਹਾਰੇ ਅਤੇ ਮਰੇ ਹੋਏ ਜ਼ਮੀਰ ਵਾਲੇ ਇਤਿਹਾਸਕਾਰਾਂ ਨਾਲੋਂ ਕਾਜ਼ੀ ਨੂਰ ਮੁਹੰਮਦ ਆਪਣੇ ਜੰਗਨਾਮੇ ਵਿੱਚ ਸਿੱਖਾਂ ਨੂੰ ਲੋੜੇ ਦੀਆਂ ਗਾਲਾਂ ਕੱਢਦਾ ਅਤੇ ਝੂਠ ਕੁਫਰ ਤੋਲਦਾ ਹੋਇਆ ਵੀ ਸੱਚ ਬੋਲਣ ਤੇ ਮਜਬੂਰ ਹੋ ਜਾਂਦਾ ਅਤੇ ਸਿੰਘਾਂ ਦੀਆਂ ਖੂਬੀਆਂ ਤੇ ਸੱਚ ਹੱਕ ਦਾ ਇੱਕ ਪੂਰਾ ਅਧਿਆਇ ਲਿਖ ਦਿੰਦਾ। ਸਿੱਖਾਂ ਦਾ ਇਸਲਾਮ ਨਾਲ ਕੋਈ ਵਿਰੋਧ ਨਹੀਂ। ਉਹਨਾਂ ਨੇ ਤਾਂ ਸਿਰਫ ਮੁਗਲ ਹਕੂਮਤ ਦੇ ਜ਼ੁਲਮ ਜ਼ਬਰ ਦੇ ਖਿਲਾਫ ਕਮਰ ਕੱਸਾ ਕੀਤਾ ਸੀ। ਹਕੂਮਤਾਂ ਨਫੇ ਵਿਹਾਜਣ ਲਈ ਸੱਚ, ਇਖਲਾਕ, ਈਮਾਨ ਅਤੇ ਮਨੁੱਖਤਾ ਨੂੰ ਸਦਾ ਛਿੱਕੇ ਟੰਗਦੀਆਂ ਆਈਆਂ ਹਨ। ਮੁਗਲ ਸ਼ਾਸਤਰਾਂ ਨੇ ਮੁਲਾਣੇ ਦੀ ਅਪਾਰ ਕਿਰਪਾ ਅਤੇ ਸਹਾਇਤਾ ਨਾਲ ਮੁਗਲਿਆ ਹਕੂਮਤ ਵਿਰੁੱਧ ਸਿੱਖਾਂ ਦੀ ਜੱਦੋ-ਜਹਿਦ ਨੂੰ ਇਸਲਾਮ ਦੇ ਖਿਲਾਫ ਲੜਾਈ ਦਾ ਫਤਵਾ ਦੇ ਕੇ ਹਰ ਇਸਲਾਮੀ ਨੂੰ ਗੁੰਮਰਾਹ ਕਰ ਦਿੱਤਾ। ਇਹ ਗੁੰਮਰਾਹੀ ਅੱਜ ਵੀ ਜਿਉਂਦੀ ਹੈ। ਹਕੂਮਤ ਵੱਲੋਂ ਸਿੱਖਾਂ ਦੇ ਨਿੱਤ ਦੇ ਕਤਲਾਮਾਂ ਨੂੰ ਕਾਨੂੰਨੀ ਅਤੇ ਦੀਨੀ ਪੱਖੋਂ ਜਾਇਜ਼ ਠਹਿਰਾਉਣ ਲਈ ਸਿੱਖਾਂ ਨੂੰ ਬਿਲਕੁਲ ਵਹਿਸ਼ੀ ਅਤੇ ਜੰਗਲੀ ਦਰਿੰਦੇ ਵਰਗੇ ਸਾਬਤ ਕਰਨ ਲਈ ਆਪਣੇ ਦਿਮਾਗਾਂ ਨੂੰ ਖੁੱਲ੍ਹੀਆਂ ਉਡਾਰੀਆਂ ਲਈ ਛੱਡ ਦਿੰਦੇ ਹਨ ਜੋ ਵਾਹੀ ਤਬਾਹੀ, ਝਰੀਟ ਮਾਰੀ ਮਗਰੋਂ ਆਉਣ ਵਾਲਿਆਂ ਲਈ ਹਵਾਲਿਆਂ ਲਈ ਸੋਮਾ ਬਣ ਗਿਆ। ਕੌਣ ਇਸ ਦੀ ਘੋਖ ਪੜਤਾਲ ਕਰੇ? ਸਿੱਖਾਂ ਨੂੰ ਫੁਰਸਤ ਕਿੱਥੇ? ਇਹ ਤਾਂ ਸਰਦਾਰ ਕਰਮ ਸਿੰਘ ਹਿਸਟੋਰੀਅਨ ਜੀ ਦੀ ਕ੍ਰਿਤ ਨੂੰ ਵੀ ਬਚਾ ਨਾ ਸਕੇ। ਮਿਸਟਰ ਵਿਲੀਅਮ ਇਰਵਿਨ ਨੂੰ ਕੀ ਲੋੜ ਪਈ ਸੀ ਕਿ ਉਹ ਖਪੇ ਅਤੇ ਮਗਜ਼ਮਾਰੀ ਕਰਕੇ ਸਿੱਖ ਇਤਿਹਾਸ ਉੱਪਰ ਮਿੱਥ ਕੇ ਜਮਾਈਆਂ ਝੂਠ ਦੀਆਂ ਤਹਿਆਂ ਦੂਰ ਕਰਕੇ ਸੱਚ ਨੂੰ ਉਜਾਗਰ ਕਰਦਾ ਫਿਰੇ। ਸਿੱਖਾਂ ਹੱਥੋਂ ਮੁਗਲ ਅਤੇ ਅੰਗਰੇਜ਼ ਦੋਵੇਂ ਮਾਰ ਖਾ ਚੁੱਕੇ ਸਨ ਅਤੇ ਸਿੱਖਾਂ ਪ੍ਰਤੀ ਉਹਨਾਂ ਦੇ ਦਿਲ ਵਿੱਚ ਕੋਈ ਨਰਮ ਗੋਸ਼ਾ ਨਹੀਂ ਹੈ। ਗੁਰਦਾਸ ਨੰਗਲ ਦਾ ਘੇਰਾ ਕੁਝ ਦਿਨ ਉੱਪਰ 8 ਮਹੀਨੇ ਜਾਰੀ ਰਿਹਾ। ਅਬਦੁਸ ਸਮਦ ਖਾਂ ਦੀ ਕਮਾਨ ਵਿੱਚ ਇਹ ਮੁਹਿੰਮ ਚੱਲ ਰਹੀ ਹੈ। ਸਭ ਵਾਹੀ ਲਾ ਥੱਕੇ ਸਿੰਘਾਂ ਉੱਤੇ ਹਾਵੀ ਨਾ ਹੋ ਸਕੇ। ਵਹਿਮੀ ਜਰਨੈਲਾਂ ਅਤੇ ਸਿਪਾਹੀਆਂ ਨੂੰ ਸਿੱਖਾਂ ਦੀ ਬਹਾਦਰੀ ਅਤੇ ਬੰਦਾ ਸਿੰਘ ਦੀ ਜਾਦੂਗਰੀ ਨੇ ਪੂਰੀ ਤਰ੍ਹਾਂ ਭੈਭੀਤ ਕੀਤਾ ਹੋਇਆ ਹੈ। ਹਰ ਕੋਈ ਦਿਲ ਵਿੱਚ ਗੰਢ ਦੇਈ ਬੈਠਾ ਹੈ ਅਤੇ ਦੂਜੇ ਭਾਵੇਂ ਬਚ ਜਾਣਾ ਮੈਂ
ਲਾਜ਼ਮੀ ਬੰਦਾ ਸਿੰਘ ਦੇ ਸਿੰਘਾਂ ਹੱਥੋਂ ਮਾਰਿਆ ਜਾਵਾਂਗਾ। ਲਸ਼ਕਰ ਵਿੱਚ ਦੁਆਈਆਂ ਮੰਗੀਆਂ ਜਾ ਰਹੀਆਂ ਹਨ ਕਿ ਯਾ ਅੱਲਾ ਕੋਈ ਐਸੀ ਵਿਧ ਬਣਾ ਦੇ ਕਿ ਇਹ ਬਦਬਖਤ ਬੰਦਾ ਸਿੰਘ ਗੜੀ ਚੋਂ ਕਿਧਰੇ ਨਿਕਲ ਕੇ ਚਲਾ ਜਾਵੇ ਅਤੇ ਸਾਡੀ ਜਾਨ ਖਲਾਸੀ ਹੋਵੇ। ਇੰਜ ਬਲਦੀ ਤੇ ਬੂਥੇ ਆਇਆ ਮੁਹੰਮਦ ਕਾਸਿਮ ਸਿੰਘਾਂ ਨੂੰ ਕਿਵੇਂ ਚੰਗਾ ਕਹੇਗਾ। ਇਹ ਲਿਖਦਾ ਹੈ ਕਿ ਜਦ ਖਾਣ ਨੂੰ ਕੁਝ ਵੀ ਨਾ ਰਿਹਾ ਤਾਂ ਖਾਧੇ ਹੋਏ ਘੋੜੇ ਖੱਚਰਾਂ ਅਤੇ ਬਲਦਾਂ ਦੀਆਂ ਹੱਡੀਆਂ ਵੀ ਪੀ ਪੀ ਕੇ ਸਿੰਘ ਖਾ ਗਏ। ਸਿਤਮ ਜਰੀਫੀ ਜਰਾ ਮੁਲਾਜ਼ਾ ਹੋਵੇ। ਦਲੇਰੇ ਜੰਗ ਅਬਦੁਸ ਸਮਦ ਖਾਂ ਤੋਂ ਲੈ ਕੇ ਛੋਟੇ ਤੋਂ ਛੋਟਾ ਅਫਸਰ ਤੇ ਕੀ ਸਿਪਾਹੀ ਕੋਈ ਵੀ ਗੜੀ ਦੇ ਲਾਗੇ ਫਟਕਣ ਦੀ ਕੋਸ਼ਿਸ਼ ਨਹੀਂ ਸੀ ਕਰਦਾ। ਮੁਹੰਮਦ ਕਾਸਿਮ ਕਿੱਧਰ ਦੀ ਲੰਘ ਕੇ ਗੜੀ ਵਿੱਚ ਜਾ ਵੜਿਆ ਅਤੇ ਸਿੰਘਾਂ ਨੂੰ ਹੱਡੀਆਂ ਪੀ ਪੀ ਖਾਂਦਿਆਂ ਨੂੰ ਵੇਖ ਆਇਆ। ਮਸ਼ੀਨਾਂ ਤੋਂ ਬਿਨਾਂ ਹੱਡੀਆਂ ਨਹੀਂ ਪੀਸੀਆਂ ਜਾ ਸਕਦੀਆਂ। ਉਹਨਾਂ ਕੋਲ ਮਾਸ ਹੱਡੀਆਂ ਪੀਣ ਦਾ ਕੀ ਪ੍ਰਬੰਧ ਸੀ। ਇਸ ਕੰਮ ਲਈ ਅੰਦਰ ਕੋਈ ਖਰਾਸ ਹੱਥ ਚੱਕੀ ਹਮਾਮ ਦਸਤੇ ਸਿਲਵੱਟੇ ਜਾਂ ਡੰਡੇ ਕੁੰਡਿਆਂ ਦਾ ਕੋਈ ਪਹਿਲਾਂ ਤੋਂ ਹੀ ਬੰਦੋਬਸਤ ਕੀਤਾ ਹੋਇਆ ਸੀ। ਅੰਦਰ ਗਿਣਤੀ ਦੇ ਸਿੰਘ ਸਨ। ਉਹ ਦਿਨ ਰਾਤ ਦੁਸ਼ਮਣ ਨਾਲ ਲੋਹਾ ਲੈਣ ਵਿੱਚ ਜੁਟੇ ਰਹਿੰਦੇ ਸਨ ਅਤੇ ਦੁਸ਼ਮਣ ਦਾ ਮੂੰਹ ਭੰਨੀ ਰੱਖਦੇ ਸਨ ਕਿ ਗੜੀ ਦੇ ਪਾਸ ਕੋਈ ਢੁੱਕਣ ਦੀ ਜੁਰਤ ਨਾ ਕਰ ਸਕੇ। ਹੱਡੀਆਂ ਦੀ ਪਿਹਾਈ ਕਰਨ ਦਾ ਉਹਨਾਂ ਪਾਸ ਸਮਾਂ ਕਿੱਥੇ। ਅੱਜ ਕੋਈ ਤਜਰਬਾ ਕਰ ਵੇਖੇ ਕਿ ਸੱਜਰੇ ਮਰੇ ਪਸ਼ੂ ਦੀ ਗਿੱਲੀ ਹੱਡੀ ਨੂੰ ਕਿਸੇ ਸਾਧਨ ਤੋਂ ਬਿਨਾਂ ਪੀਹਣ ਵਿੱਚ ਕਿੰਨੀ ਦੇਰ ਲੱਗਦੀ ਹੈ ਅਤੇ ਕਿੰਨੀ ਕੁ ਮਾਤਰਾ ਵਿੱਚ ਪੀਸ ਸਕਦੀ ਹੈ। ਸਿੰਘਾਂ ਦੀ ਅਦੁੱਤੀ ਬਹਾਦਰੀ ਨੂੰ ਛਟਿਆਉਣ ਅਤੇ ਆਪਣੀ ਸਿਰੇ ਦੀ ਬੇਈਮਾਨੀ ਅਤੇ ਦਗੇਬਾਜ਼ੀ ਨੂੰ ਛਿਪਾਉਣ ਦੀ ਚੇਸ਼ਟਾ ਤੋਂ ਛੁੱਟ ਇਹ ਹੋਰ ਕੁਝ ਵੀ ਨਹੀਂ। ਮਾਸ ਖਾਣ ਦੀ ਗੱਲ ਨੂੰ ਵੀ ਵਿਚਾਰ ਲਵੋ। ਬੰਦਾ ਸਿੰਘ ਨੇ ਵੈਸ਼ਨਵ ਮੱਤ ਤਿਆਗ ਕੇ ਅੰਮ੍ਰਿਤ ਛਕ ਕੇ ਸਿੱਖੀ ਵਿੱਚ ਪ੍ਰਵੇਸ਼ ਕੀਤਾ ਸੀ। ਉਹ ਆਪਣੇ ਨਾਲ ਲਿਆਂਦੇ ਸੰਸਕਾਰਾਂ ਨੂੰ ਤਿਆਗ ਨਹੀਂ ਸਕਿਆ। ਉਸਦੇ ਸਾਥੀ ਵੀ ਮਾਸ ਨਹੀਂ ਸਨ ਖਾਂਦੇ। ਅੱਜ ਵੀ ਬਹੁਤ ਸਾਰੇ ਸਿੱਖ ਮਾਸ ਨੂੰ ਹੱਥ ਨਹੀਂ ਲਾਉਂਦੇ। ਖਾਣ ਵਾਲੇ ਵੀ ਮੌਜੂਦ ਹਨ। ਉਸ ਵੇਲੇ ਅਤੇ ਅੱਜ ਵੀ ਦੋਵਾਂ ਧਿਰਾਂ ਵਿੱਚ ਕੋਈ ਟਕਰਾਅ ਨਹੀਂ। ਦਮਦਮੀ ਟਕਸਾਲ ਅਖੰਡ ਕੀਰਤਨੀ ਜਥੇ ਵਾਲੇ ਨਿਰਮਲੇ ਕੂਕੇ ਆਦਿ ਜਿੰਦਾ ਮਿਸਾਲਾਂ ਹਨ। ਉਸ ਵੇਲੇ ਵੀ ਧਰਮਵੀਰ ਸਿੰਘ ਸੂਰਮੇ ਅੰਦਰ ਸਿਰ ਧੜਾਂ ਦੀਆਂ ਲਾਈ ਬੈਠੇ ਸਨ ਅਤੇ ਜਿਨ੍ਹਾਂ ਨੇ ਜਾਨਾਂ ਨੂੰ ਧਰਮ ਹੇਤ ਵਾਰਨ ਮਿਥ ਲਿਆ ਸੀ ਉਹ ਨਿਗੂਣੀ ਜਿੰਦ ਬਦਲੇ ਕਿਉਂ ਘੋੜੇ ਵੱਢ ਵੱਢ ਖਾਣਗੇ। ਉਹਨਾਂ ਨੂੰ ਆਪਣੇ ਅੰਤ ਦਾ ਪਤਾ ਸੀ। ਸ਼ਹੀਦੀ ਅਤੇ ਕੇਵਲ ਸ਼ਹੀਦੀ। ਮੌਤ ਦਾ ਗਾਨਾ ਬੰਨੀ ਖੜਾ ਕੁਝ ਸਾਹਾਂ ਦੇ ਲਾਲਚ ਲਈ ਹੋਕੇ ਲਵੇ ਕਿਤਨਾ ਅਸੰਭਵ ਹੈ। ਮੁਹੰਮਦ ਕਾਸਿਮ ਦੀਆਂ ਇਹ ਸਭ ਮਨ ਘੜਤ ਕਹਾਣੀਆਂ ਹਨ। ਤੇਗ ਨੇਜੇ ਅਤੇ ਗੋਲੀ ਨਾਲ ਉਹ ਸਿੰਘਾਂ ਦੇ ਜਿੰਦਾ ਆਕਾਰ ਨੂੰ ਮਾਰ ਨਹੀਂ ਸਕਿਆ। ਕਲਮ ਦੀ ਨੋਕ ਨਾਲ ਸਿੰਘਾਂ ਦੇ ਕਿਰਦਾਰ ਨੂੰ ਬਰਬਾਦ ਕਰਨਾ ਚਾਹੁੰਦਾ ਹੈ। ਸਮਕਾਲੀ ਅਤੇ ਘੇਰੇ ਵਿੱਚ ਸ਼ਾਮਿਲ ਹੋਣ ਦੇ ਨਾਤੇ ਉਸ ਦੀ ਲਿਖਤ ਦੂਰ ਦਿੱਲੀ ਬੈਠ ਕੇ ਰੋਜ਼ਾਨਾ ਮੰਚਾ ਲਿਖਣ ਵਾਲੇ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ। ਪਰ ਉਸ ਨੂੰ ਇਹ ਕੋਈ ਹੱਕ ਨਹੀਂ ਸੀ ਪਹੁੰਚਦਾ ਕਿ ਮੌਕੇ ਦਾ ਗਵਾਹ ਹੋਣ ਦੇ ਰੌਬਰ ਵਿੱਚ ਉਹ ਮਨ ਘੜਤ ਫਾਨੇ ਨਾਲ ਠੋਕ ਦੇਵੇ ਕਿ ਗੁੜ ਨਾਲ ਤੀਲੇ ਵੀ ਲੋਕ ਖਾ ਜਾਣਗੇ। ਤੀਲੇ ਲਾਜ਼ਮੀ ਬਾਹਰ ਥੁੱਕੇ ਜਾਣਗੇ। ਜਿਹੜੇ ਮਾਸ ਤੋਂ ਸੰਕੋਚ ਕਰਦੇ ਸਨ ਉਹ ਹੱਡੀਆਂ ਕਿਉਂ ਖਾਣਗੇ। ਅਤੇ ਫਿਰ ਹੱਡੀਆਂ ਕੋਈ ਖੰਡ ਪਤਾਸੇ ਸਨ ਜੋ ਤਲੀ ਤੇ ਭੋਰ ਕੇ ਫੱਕਾ ਮਾਰ ਲਿਆ ਹੋਵੇ। ਮੁਹੰਮਦ ਕਾਸਿਮ ਦੀ ਦਾਸਤਾਨ ਨਿਰੋਲ ਕਲਪਿਤ ਅਤੇ ਸਫੇਦ ਝੂਠ ਹੈ। ਸਿੱਖ ਇਤਿਹਾਸ ਨਾਲ ਮਸ ਰੱਖਣ ਵਾਲਿਆਂ ਨੂੰ ਯਾਦ ਹੋਵੇਗਾ ਕਿ ਗੁਰਦਾਸ ਨੰਗਲ ਦੇ ਘੇਰੇ ਤੋਂ 10 ਸਾਲ ਪਹਿਲਾਂ ਅਨੰਦਪੁਰ ਸਾਹਿਬ ਨੂੰ ਵੀ ਮੁਗਲ ਫੌਜਾਂ ਨੇ 8 ਮਹੀਨਿਆਂ ਤੋਂ ਵੱਧ ਘੇਰੀ ਰੱਖਿਆ ਸੀ। ਭੁੱਖ ਹੱਥੋਂ ਆਤੁਰ ਹੋ ਕੇ ਕਈ ਸਿੰਘ ਕਲਗੀਧਰ ਨੂੰ ਬਦਾਵਾ ਲਿਖ ਕੇ ਦੇ ਗਏ ਸਨ। ਗੁਰਦਾਸ ਨੰਗਲ ਵਰਗੀ ਹੀ ਅੰਨ ਦੀ ਘਾਟ ਉਹਨਾਂ ਨੂੰ ਆਈ ਸੀ। ਉਦੋਂ ਨਹੀਂ ਸੀ ਸਿੰਘਾਂ ਘੋੜੇ ਬਲਦ ਵੱਢ ਕੇ ਖਾਧੇ ਅਤੇ ਹੱਡੀਆਂ ਪੀਸ ਕੇ ਫੱਕੀਆਂ। ਮੁਹੰਮਦ ਕਾਸਿਮ ਮਿਰਜ਼ਾ, ਮੁਹੰਮਦ ਹਰੀਸੀ, ਖਾਫੀ ਖਾਂ, ਮੁਹੰਮਦ ਹਾਦੀ ਕਾਂਵਾਰ ਖਾਂ ਵਰਗੇ ਉਦੋਂ ਵੀ ਜਿੰਦਾ ਸਨ। ਉਹ ਖਚਰੇ ਸਨ ਅਤੇ ਜਾਣਦੇ ਸਨ ਕਿ ਦਸ਼ਮੇਸ਼ ਜੀ ਦੀ ਜਾਤ ਏ ਆਲੀਏ ਨਾਲ ਕਿਸੇ ਵੀ ਕਿਸਮ ਦਾ ਕੋਈ ਝੂਠ ਜੁੜ ਨਹੀਂ ਸਕਣਾ। ਸਿੱਖ ਇਤਿਹਾਸ ਦੇ ਬਹੁਮੁੱਲੇ ਗ੍ਰੰਥ ਜਿਵੇਂ ਕਿ ਮਹਿਮਾ ਪ੍ਰਕਾਸ਼ ਲਿਖਤ ਸਵਰੂਪ ਦਾਸ ਭੱਲਾ, ਸਰਦਾਰ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼, ਕਵੀ ਸੰਤੋਖ ਸਿੰਘ ਦਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਗਿਆਨੀ ਗਿਆਨ ਸਿੰਘ ਦੁਆਰਾ ਰਚਿਤ ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾ ਭਾਗ ਦੂਜਾ,
सरदार करम सिंह हिस्टोरीअन रचित बंदा बहादुर इस बारे कोई जिक्र नहीं करते। अंग्रेज ਅਤੇ ਹਿੰਦੂ ਲਿਖਾਰੀਆਂ ਨੇ ਮੁਹੰਮਦ ਕਾਸਿਮ ਆਦਿ ਦੀਆਂ ਕਲਪਿਤ ਕਹਾਣੀਆਂ ਨੂੰ ਅੰਜੀਲ ਅਤੇ ਗੀਤਾ ਸਮਝ ਕੇ ਗਲਾਂ ਵਿੱਚ ਲਟਕਾ ਲਿਆ ਹੈ। ਸੂਝਵਾਨ ਪਾਠਕ ਇਹਨਾਂ ਮੁਰਦਾ ਜ਼ਮੀਰ ਲੋਕਾਂ ਦੀਆਂ ਬੇਬੁਨਿਆਦ ਕਹਾਣੀਆਂ ਨੂੰ ਬੜੀ ਇਤਿਹਾਦ ਨਾਲ ਪੜ੍ਹਨ। ਅਬਦੁਸ ਸਮਦ ਖਾਂ ਨੇ ਸਿੰਘਾਂ ਨਾਲ ਦਗਾ ਕੀਤਾ। ਗੜੀ ਦੇ ਅੰਦਰ ਬਿਮਾਰੀ ਅਤੇ ਭੁੱਖਮਰੀ ਨਾਲ ਬਹੁਤ ਮੌਤਾਂ ਹੋ ਰਹੀਆਂ ਸਨ ਅਤੇ ਸਿੰਘਾਂ ਦੀ ਗਿਣਤੀ ਦਿਨੋਂ ਦਿਨ ਘਟਦੀ ਜਾ ਰਹੀ ਸੀ। ਹੁਣ ਬੰਦਾ ਸਿੰਘ ਨਾਲ ਲਗਭਗ 350 ਆਦਮੀ ਰਹਿ ਗਏ ਸਨ ਅਤੇ ਉਹ ਵੀ ਅਦਮ ਹੋਏ ਅੱਜ ਕੱਲ੍ਹ ਦੇ ਪ੍ਰਾਹੁਣੇ। ਪਰ ਇੰਨੇ ਕੁ ਵੀ ਮੁਗਲ ਫੌਜ ਲਈ ਹਊਆ ਬਣੇ ਹੋਏ ਸਨ। ਕੀ ਮਜਾਲ ਜੋ ਕੋਈ ਕੰਧਾਂ ਦੇ ਪਾਸ ਵੀ ਢੁੱਕਾ ਹੋਵੇ। ਅਬਦੁਸ ਸਮਦ ਖਾਂ ਨੇ ਇੱਥੇ ਵੀ ਉਹ ਫਰੇਬ ਅਤੇ ਬੇਈਮਾਨੀ ਦਾ ਖੇਡ ਖੇਡਿਆ ਜੋ ਔਰੰਗਜ਼ੇਬ ਦਿਆਂ ਜਰਨੈਲਾਂ 10 ਕੁ ਸਾਲ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਘੇਰੇ ਵੇਲੇ ਦਸ਼ਮੇਸ਼ ਜੀ ਨਾਲ ਖੇਡਿਆ ਸੀ। ਅਬਦੁਸ ਸਮਦ ਖਾਂ ਨੇ ਬੰਦਾ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਅਖਵਾਇਆ ਕਿ ਜੇ ਗੜੀ ਖਾਲੀ ਕਰਕੇ ਬਾਹਰ ਆ ਜਾਵੋ ਤਾਂ ਬਾਦਸ਼ਾਹ ਪਾਸੋਂ ਤੁਹਾਡੀ ਜਾਨ ਬਖਸ਼ੀ ਕਰਵਾ ਦਿੱਤੀ ਜਾਵੇਗੀ। ਸਭ ਨੇ ਇਹ ਸਲਾਹ ਮੰਨ ਲਈ ਕਿਉਂਕਿ ਦਲੇਰੇ ਜੰਗ ਨੇ ਪੂਰਾ 100 ਨੇਮ ਦੇ ਕੇ ਆਪਣੀ ਨੇਕ ਨੀਤੀ ਅਤੇ ਇਮਾਨਦਾਰੀ ਦਾ ਭਰੋਸਾ ਦਿੱਤਾ ਸੀ। ਜਦ ਗੜੀ ਦਾ ਬੂਹਾ ਖੋਲ੍ਹ ਦਿੱਤਾ ਗਿਆ ਤਾਂ ਫੌਜ ਦਾ ਕੋਈ ਵੀ ਆਦਮੀ ਅੰਦਰ ਵੜਨ ਨੂੰ ਤਿਆਰ ਨਹੀਂ ਸੀ ਕਿਉਂਕਿ ਸਿੰਘਾਂ ਦਾ ਇਹੋ ਜਿਹਾ ਭੈ ਮੁਗਲ ਫੌਜਾਂ ਦੇ ਦਿਲਾਂ ਤੇ ਬੈਠਾ ਹੋਇਆ ਸੀ ਕਿ ਇੰਜ ਗੜੀ ਦੇ ਅੰਦਰ ਵੜਨਾ ਤਾਂ ਕੀ ਉਸ ਦੇ ਲਾਗੇ ਢੁਕਣ ਦਾ ਵੀ ਕਿਸੇ ਨੂੰ ਹੌਸਲਾ ਨਹੀਂ ਸੀ ਪੈਂਦਾ। ਅਜੀਬ ਗੱਲ ਹੈ ਕਿ ਜਿਸ ਗੜੀ ਨੂੰ ਦੂਰੋਂ ਸੁਰੰਗਾਂ ਲਾਈਆਂ ਜਾ ਰਹੀਆਂ ਸਨ ਤਾਂ ਜੋ ਕਿਵੇਂ ਨਾ ਕਿਵੇਂ ਮੁਗਲ ਫੌਜਾਂ ਦੇ ਚੰਦ ਜਾਂ ਬਾਜ ਅੰਦਰ ਜਾ ਵੜਨ ਅਤੇ ਗੜੀ ਦਾ ਬੂਹਾ ਖੋਲ੍ਹ ਦੇਣ ਜਿਸ ਨਾਲ ਫੌਜ ਇੱਕ ਵਾਰ ਭਰਪੂਰ ਹੱਲਾ ਕਰਕੇ ਅੰਦਰ ਜਾ ਵੜੇ ਅਤੇ ਅੰਦਰਲਿਆਂ ਨੂੰ ਹੱਥੋਂ ਹੱਥੀ ਕਾਬੂ ਕਰ ਲਵੇ। ਬੂਹਾ ਖੁੱਲ੍ਹ ਜਾਣ ਤੇ ਵੀ ਕੋਈ ਸੂਰਮਾ ਅੰਦਰ ਵੜਨ ਲਈ ਤਿਆਰ ਨਹੀਂ ਸੀ। ਫਿਰ ਆਵਾਜ਼ਾਂ ਦਿੱਤਾ ਗਿਆ ਕਿ ਸਾਰੇ ਸਿੰਘ ਸਮੇਤ ਬੰਦਾ ਸਿੰਘ ਦੇ ਗੜੀਓਂ ਬਾਹਰ ਆ ਜਾਣ। ਸਾਡੇ ਉੱਤੇ ਭਰੋਸਾ ਕਰਨਾ ਖੁਦਾ ਗਵਾਹ ਹੈ। ਜਦ ਸਿੰਘ ਬਾਹਰ ਆਏ ਤਾਂ ਤੁਰਕਾਂ ਦਾ ਈਮਾਨ ਅਤੇ ਨੇਮ ਚਕਨਾਚੂਰ ਹੋ ਗਿਆ। ਸਿੰਘਾਂ ਪਾਸ ਹਥਿਆਰ ਨਹੀਂ ਸਨ ਕਿਉਂਕਿ ਇਹ ਆਪਣੇ ਹਥਿਆਰ ਤੁਰਕਾਂ ਅੱਗੇ ਸੁੱਟਣ ਦੀ ਥਾਂ ਬੰਦਾ ਸਿੰਘ ਅੱਗੇ ਸੁੱਟ ਆਏ ਸਨ। ਕਈਆਂ ਨੇ ਸੁੱਟਣ ਤੋਂ ਪਹਿਲਾਂ ਕਮਾਨਾਂ ਭੱਥੇ ਤੋੜ ਮਰੋੜ ਦਿੱਤੀਆਂ ਸਨ। ਨਿਹੱਥੇ ਸਿੰਘਾਂ ਉੱਤੇ ਮੁਗਲ ਦਸਤੇ ਬਘਿਆੜਾਂ ਵਾਂਗ ਟੁੱਟ ਪਏ। ਸਭ ਜੰਜੀਰਾਂ ਵਿੱਚ ਜਕੜ ਲਏ ਅਤੇ ਗਲੀ ਤੌਕ ਪਾ ਦਿੱਤੇ। ਬੰਦਾ ਸਿੰਘ ਇਕੱਲਾ ਹੀ ਅਜੇ ਅੰਦਰ ਸੀ। ਤੁਰਕ ਉਸ ਦੇ ਨਜ਼ਦੀਕ ਨਾ ਢੁਕਣ। ਸਰਦਾਰ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਪੰਨੇ 152-53 ਤੇ ਉਸ ਹਾਲਤ ਦਾ ਵਰਣਨ ਕੀਤਾ ਹੈ। ਦੋਹਰਾ ਸੋ ਵੀ ਬੰਦੇ ਤੇ ਸੰਗੇ ਅੰਦਰ ਦੇ ਨਾ ਪੈਰ ਮਤਕਤ ਕਰੇ ਸੂ ਛਲ ਕੋ ਹੁਏ ਜਾਏ ਬਿੱਲੀਓ ਸ਼ੇਰ। ਚੌਪਈ ਤੋ ਵੀ ਬੰਦੇ ਨਿਕਟ ਨਾ ਆਵੇ ਜਨ ਉਨ ਭੂਖੋ ਬੰਦੋ ਹੀ ਖਾਵੇ। ਬੰਦੇ ਤੇ ਯੋਂ ਡਰੋ ਤੁਰਕਾਨ ਮਰਿਓ ਸ਼ੇਰ ਮਤ ਲੈ ਉਠੇ ਪ੍ਰਾਣ। ਬੰਦਾ ਸਿੰਘ ਵੀ ਬਾਹਰ ਆ ਗਿਆ। ਬੰਦਾ ਸਿੰਘ ਨੂੰ ਜੰਜੀਰ ਤੌਕ ਤਾਂ ਭਾਵੇਂ ਨਾ ਪਾਈ ਪਰ ਪਹਿਰਾ ਬੜਾ ਸਖਤ ਕੀਤਾ ਗਿਆ। ਸੈਯਦ ਅਹਿਮਦ ਸ਼ਾਹ ਬਟਾਲੀਏ ਨੇ ਬੰਦਾ ਸਿੰਘ ਦੀ ਗ੍ਰਿਫਤਾਰੀ ਦਾ ਹਾਲ ਆਪਣੀ ਤਵਾਰੀਖ ਵਿੱਚ ਲਿਖਿਆ ਹੈ। ਲੋਕਾਂ ਕਿਹਾ ਬੰਦਾ ਸਿੰਘ ਜਾਦੂ ਜਾਣਦਾ ਹੈ ਇਸ ਲਈ ਉੱਡ ਜਾਏਗਾ। ਇੱਕ ਮੁਗਲ ਸਰਦਾਰ ਨੇ ਉੱਠ ਕੇ ਆਖਿਆ ਕਿ ਮੈਨੂੰ ਅਤੇ ਇਸ ਨੂੰ ਜੰਜੀਰ ਨਾਲ ਨਰੜ ਦਿਓ ਅਤੇ ਹਾਥੀ ਉੱਤੇ ਚੜ੍ਹਾ ਕੇ ਦਿੱਲੀ ਵੱਲ ਘੱਲ ਦਿਓ। ਜੇਕਰ ਇਹ ਉੱਡੇਗਾ ਤਾਂ ਮੈਂ ਉਸੇ ਵੇਲੇ ਇਸ ਦੇ ਢਿੱਡ ਖੰਜਰ ਖੋਪ ਦਿਆਂਗਾ। ਵਹਿਮੀ ਮੁਗਲਾਂ ਨੂੰ ਇਹ ਨਹੀਂ ਸੀ ਸਮਝ ਪੈਂਦੀ ਕਿ ਜੇ ਉਸਨੇ ਉੱਡਣਾ ਹੁੰਦਾ ਤਾਂ ਕੀ ਉਹਨਾਂ ਦੇ ਹੱਥ ਕੈਦ ਹੋ ਕੇ ਹੀ ਉੱਡਣਾ ਸੀ। ਉਹ ਗੜੀ ਚੋਂ ਸਿੱਧਾ ਹੀ ਕਿਸੇ ਪਾਸੇ ਉੱਡ ਜਾਂਦਾ। ਦਰ ਹਕੀਕਤ ਬੰਦਾ ਸਿੰਘ ਆਪਣੀ ਤੀਖਣ ਬੁੱਧੀ ਅਤੇ ਬਲ ਚੁਸਤੀ ਨਾਲ ਉਹਨਾਂ ਦੇ ਪੱਕੇ ਪੀਡੇ ਘੇਰਿਆਂ ਵਿੱਚੋਂ ਨਿਕਲ ਕੇ ਅਲੋਪ ਹੋ ਜਾਂਦਾ ਸੀ। ਮੁਗਲਾਂ ਨੂੰ ਵਹਿਮ ਨੇ ਪੂਰੀ ਤਰ੍ਹਾਂ ਗ੍ਰਸ ਲਿਆ ਹੋਇਆ ਸੀ ਕਿ ਬੰਦਾ ਸਿੰਘ ਘੇਰੇ ਚੋਂ ਉੱਡ ਕੇ ਨਿਕਲ ਜਾਂਦਾ ਹੈ ਕਿ ਉੱਡਣ ਦੀ ਸ਼ਕਤੀ ਰੱਖਣ ਵਾਲਾ ਆਪਣੇ ਨਾਲ ਜੰਜੀਰਾਂ ਰਾਹੀਂ ਨਰੜੇ ਹੋਏ ਦਾ ਗਲ ਘੁੱਟ ਕੇ ਮਾਰਨ ਤੋਂ ਅਸਮਰੱਥ ਹੋਵੇਗਾ। ਉਹਨਾਂ ਦਾ ਵਹਿਮ ਸਿਖਰ ਤੇ ਪੁੱਜਾ ਹੋਇਆ ਸੀ। ਉਹ ਗੜੀ ਜੋ ਕੁਝ ਘੰਟੇ ਪਹਿਲਾਂ ਸ਼ਾਹੀ ਲਸ਼ਕਰ ਲਈ ਹਊਆ ਬਣ ਰਹੀ ਸੀ
ਹੁਣ ਉਹਨਾਂ ਨਾਲ ਠਸਾ ਠਸ ਭਰ ਗਈ। ਸਫਲਤਾ ਦੇ ਖੁਮਾਰ ਵਿੱਚ ਦਲੇਰੇ ਜੰਗ ਨੇ ਅਦਮੋਏ ਅਤੇ ਮਰਨ ਕਿਨਾਰੇ ਪਹੁੰਚੇ ਹੋਏ 200 ਸਿੰਘਾਂ ਦੇ ਹੱਥ ਪੈਰ ਜੂੜ ਕੇ ਉਹਨਾਂ ਨੂੰ ਮੁਗਲ ਅਤੇ ਤਤਾਰੀ ਸਿਪਾਹੀ ਜੋ ਨਵੇਂ ਆਏ ਸਨ ਉਹਨਾਂ ਦੇ ਹਵਾਲੇ ਕਰ ਦਿੱਤਾ, ਤਾਂ ਕਿ ਉਹਨਾਂ ਨੂੰ ਹੱਥੀਂ ਕਤਲ ਕਰਨ ਅਤੇ ਇੰਜ ਉਹਨਾਂ ਦੇ ਦਿਲਾਂ 'ਚੋਂ ਸਿੰਘਾਂ ਦਾ ਭੈ ਨਿਕਲ ਜਾਵੇ। ਉਹਨਾਂ ਨੂੰ ਉਸੇ ਥਾਂ ਕਤਲ ਕਰ ਦਿੱਤਾ ਗਿਆ ਅਤੇ ਉੱਥੋਂ ਦਾ ਮੈਦਾਨ ਲਹੂ ਨਾਲ ਭਰ ਦਿੱਤਾ। ਬੰਦਾ ਸਿੰਘ ਦਾ ਸਭ ਖਜ਼ਾਨਾ ਲੁੱਟਿਆ ਗਿਆ। ਗੜੀ ਦਾ ਚੱਪਾ ਚੱਪਾ ਥਾਂ ਫਰੋਲੀ ਗਈ ਕਿ ਦੱਬਿਆ ਧਨ ਲੱਭਿਆ ਜਾਵੇ। ਇੱਥੋਂ ਤੀਕ ਕਿ ਮੁਰਦਿਆਂ ਦੇ ਢਿੱਡ ਵੀ ਚੀਰ ਪਾੜ ਕੇ ਵੇਖੇ ਗਏ। ਮਤੇ ਕਿਸੇ ਨੇ ਅਸ਼ਰਫੀਆਂ ਨਿਗਲ ਕੇ ਢਿੱਡ ਵਿੱਚ ਨਾ ਲੁਕਾ ਲਈਆਂ ਹੋਣ। ਇਸ ਮਤਲਬ ਲਈ ਕਈ ਜਿਉਂਦੇ ਵੀ ਮਾਰੇ ਗਏ, ਭਲਾ ਕੋਈ ਕੌਡੀ ਪੈਸਾ ਹੱਥ ਆ ਜਾਵੇ। ਇਸ ਤੋਂ ਬਾਅਦ ਕਤਲ ਕੀਤੇ ਗਏ ਸਿੰਘਾਂ ਦੇ ਸਿਰ ਵੱਢ ਕੇ ਘਾਹ ਫੂਸ ਨਾਲ ਭਰ ਦਿੱਤੇ ਅਤੇ ਨੇਜਿਆਂ ਉੱਤੇ ਟੰਗ ਲਏ। ਗੁਰਦਾਸ ਨੰਗਲ ਦਾ ਪਿੰਡ ਅਤੇ ਭਾਈ ਦੁਣੀ ਚੰਦ ਦਾ ਅਹਾਤਾ ਢਾਹ ਕੇ ਢੇਰੀ ਕਰ ਦਿੱਤੇ ਗਏ। ਹੁਣ ਇਸ ਵੇਲੇ ਇਹ ਥਾਂ ਇੱਕ ਥੇਹ ਦੇ ਰੂਪ ਵਿੱਚ ਪਈ ਹੈ ਅਤੇ ਬੰਦੇ ਵਾਲੀ ਥੇਹ ਦੇ ਨਾਮ ਨਾਲ ਜਾਣੀ ਜਾਂਦੀ ਹੈ। ਗੁਰਦਾਸ ਨੰਗਲ ਦੀ ਗੜੀ ਖਾਲੀ ਹੋਣ ਤੇ ਬੰਦਾ ਸਿੰਘ ਅਤੇ ਉਸਦੇ ਸਾਥੀਆਂ ਦੇ ਫੜੇ ਜਾਣ ਦੀ ਘਟਨਾ 7 ਦਸੰਬਰ ਸਨ 1715 ਈਸਵੀ ਨੂੰ ਬੁੱਧਵਾਰ ਵਾਲੇ ਦਿਨ ਵਾਪਰੀ। ਖੁਰਾਕ ਦੀ ਘਾਟ ਨੇ ਸਿੰਘਾਂ ਨੂੰ ਲਾਚਾਰ ਕਰ ਦਿੱਤਾ, ਨਹੀਂ ਤਾਂ ਮੁਗਲ ਫੌਜਾਂ ਦੀ ਕੀ ਮਜਾਲ ਸੀ ਜੋ ਪੋਲੇ ਪੈਰੀ ਗੜੀ ਤੇ ਹਾਵੀ ਹੋ ਜਾਂਦੀਆਂ। ਬੰਦਾ ਸਿੰਘ ਦਾ ਛੋਟੀ ਜਿਹੀ ਗੜੀ ਵਿੱਚ ਬਗੈਰ ਕਾਫੀ ਰਸਦ ਪੱਠਾ ਇਕੱਠੇ ਕੀਤੇ ਤੋਂ ਲੰਮੇ ਸਮੇਂ ਲਈ ਮੁਕਾਬਲਾ ਕਰਨਾ ਕਈਆਂ ਨੂੰ ਯੁੱਧ ਨੀਤੀ ਦੇ ਅਨੁਕੂਲ ਨਹੀਂ ਲੱਗੇਗਾ। ਬੰਦਾ ਸਿੰਘ ਚਾਹੁੰਦਾ ਤਾਂ ਆਰੰਭ ਵਿੱਚ ਹੀ ਨਿਕਲ ਸਕਦਾ ਸੀ। ਸਾਰੇ ਹੀ ਗੜੀ ਚੋਂ ਨਿਕਲ ਕੇ ਜੰਗਲਾਂ ਪਹਾੜਾਂ ਵਿੱਚ ਖਿੰਡ ਪੁੰਡ ਜਾਂਦੇ ਤਾਂ ਫੌਜ ਉਹਨਾਂ ਦਾ ਕੁਝ ਨਹੀਂ ਸੀ ਵਿਗਾੜ ਸਕਦੀ। ਪਰ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਦਾਸ ਨੰਗਲ ਦੀ ਗੜੀ ਨੂੰ ਬੰਦਾ ਸਿੰਘ ਨੇ ਉਚੇਚਾ ਸੁਰੱਖਿਅਤ ਥਾਂ ਮਿੱਥ ਕੇ ਨਹੀਂ ਸੀ ਚੁਣਿਆ ਕਿ ਇਹ ਬੜਾ ਖੁੱਲ੍ਹਾ ਡੁੱਲਾ ਅਤੇ ਰਸਦ ਅਤੇ ਘਾਹ ਪੱਠੇ ਨਾਲ ਪਹਿਲਾਂ ਹੀ ਭਰਿਆ ਹੋਇਆ ਹੈ ਅਤੇ ਲੰਮੇ ਸਮੇਂ ਲਈ ਇਸ ਵਿੱਚ ਡਟ ਕੇ ਮੁਗਲ ਫੌਜਾਂ ਨੂੰ ਦਮੋਂ ਕੱਢਿਆ ਜਾ ਸਕੇਗਾ। ਕੋਟ ਮਿਰਜ਼ਾ ਜਾਣ ਉੱਤੇ ਮੁਗਲ ਸੈਨਾ ਨੇ ਬੜੀ ਤੇਜ਼ੀ ਨਾਲ ਹਮਲਾ ਕੀਤਾ। ਇਹ ਕੋਈ ਮੁਕੰਮਲ ਕਿਲ੍ਹਾ ਨਹੀਂ ਸੀ। ਇਸ ਦੀਆਂ ਤਾਂ ਅਜੇ ਨੀਹਾਂ ਵੀ ਨਹੀਂ ਸਨ ਭਰੀਆਂ ਗਈਆਂ। ਬੰਦਾ ਸਿੰਘ ਨੂੰ ਇੱਥੋਂ ਪਿਛਾਂਹ ਹਟਣਾ ਪਿਆ। ਭਾਈ ਦੂਣੀ ਚੰਦ ਅਤੇ ਉਸ ਦੇ ਇਸ ਅਹਾਤੇ ਨੂੰ ਤਾਂ ਸਿਰੋਂ ਪਈ ਤੋਂ ਫੌਰੀ ਬਚਾਅ ਲਈ ਵਰਤਿਆ, ਭਾਵ ਫੌਜ ਦੇ ਵੇਗ ਨੂੰ ਠੱਲਾ ਪਾ ਕੇ ਅਤੇ ਅੱਖੀਂ ਧੂਲ ਝੋਕ ਕੇ ਬਚ ਨਿਕਲਣ ਦੀ ਵਿਉਂਤ ਸੀ। ਉਸ ਨੇ ਥੋੜ੍ਹੀ ਬਹੁਤੀ ਖਾਦ ਖੁਰਾਕ ਅਤੇ ਘਾਹ ਪੱਠਾ ਜਿੰਨਾ ਕੁ ਛੇਤੀ ਛੇਤੀ ਹੋ ਸਕੇ ਇਕੱਠਾ ਕਰਨ ਲਈ ਸਿੰਘਾਂ ਨੂੰ ਪਿੰਡਾਂ ਵਿੱਚ ਘਲਾਇਆ। ਫੌਜ ਇੰਨੀ ਤੇਜ਼ੀ ਨਾਲ ਮਗਰ ਚੜ੍ਹੀ ਆ ਰਹੀ ਸੀ ਕਿ ਸਪਲਾਈ ਇਕੱਤਰ ਕਰਨ ਦਾ ਸਮਾਂ ਵਿੱਚੇ ਰਹਿ ਗਿਆ। ਪਿੰਡਾਂ ਵੱਲ ਗਏ ਬਹੁਤ ਸਾਰੇ ਸਿੰਘ ਲੋਕਾਂ ਦੀ ਮੁਖਬਰੀ ਕਰਨ ਨਾਲ ਫੌਜ ਹੱਥ ਆ ਕੇ ਸ਼ਹੀਦ ਹੋ ਗਏ। ਜੋ ਬਚ ਕੇ ਨਿਕਲੇ ਉਹ ਗੜੀ ਵਿੱਚ ਨਾ ਵੜਨ ਦਿੱਤੇ ਗਏ। ਇਸ ਕੰਮ ਲਈ ਗਏ ਹਜ਼ਾਰਾਂ ਸਿੰਘਾਂ ਨਾਲ ਬਾਹਰ ਕੀ ਵਾਪਰੀ ਜਾਪਦਾ ਬੰਦਾ ਸਿੰਘ ਨੂੰ ਇਸ ਦੀ ਕੋਈ ਸੂਹ ਨਹੀਂ ਸੀ ਮਿਲੀ। ਜਾਪਦਾ ਉਹ ਘੇਰੇ ਨੂੰ ਇਸ ਕਰਕੇ ਲੰਮਾ ਕਰੀ ਗਿਆ ਹੋਵੇ ਕਿ ਬਾਹਰਲੇ ਸਿੰਘ ਤੱਤ ਖਾਲਸਾ ਯੋਗ ਅਗਵਾਈ ਤਹਿਤ ਇਕੱਤਰਿਤ ਹੋ ਕੇ ਇੱਕ ਪਾਸਿਓਂ ਫੌਜ ਤੇ ਹੱਲਾ ਕਰਕੇ ਜਿਵੇਂ ਉਸਨੇ ਸਢੋਰੇ ਦੀ ਗੜੀ ਵਿੱਚ ਘਿਰੇ ਸਿੰਘਾਂ ਨੂੰ ਕੱਢ ਲਿਆ ਸੀ, ਉਹਨਾਂ ਲਈ ਭਾਈ ਦੂਣੀ ਚੰਦ ਦੇ ਅਹਾਤੇ ਚੋਂ ਬਚ ਨਿਕਲਣਾ ਸੰਭਵ ਬਣਾ ਦੇਣ। ਬਾਹਰ ਕੌਣ ਕਿਹਨਾਂ ਨੂੰ ਜਥੇਬੰਦ ਕਰੇ, ਬਾਬਾ ਵਿਨੋਦ ਸਿੰਘ ਤੋਂ ਇਹ ਆਸ ਕੀਤੀ ਗਈ ਸੀ ਅਤੇ ਐਨ ਮੁਮਕਿਨ ਸੀ ਕਿ ਉਹ ਕੁਝ ਕਰਦਾ, ਪਰ ਉਸ ਤੋਂ ਛੇਤੀ ਹੀ ਪਿੱਛੋਂ ਗੜੀ ਦਲੇਰੇ ਜੰਗ ਦੇ ਹੱਥ ਆ ਗਈ। ਲੱਗਦਾ ਸਮੇਂ ਦੀ ਘਾਟ ਕਾਰਨ ਅਤੇ ਜੋ ਥੋੜ੍ਹੇ ਬਹੁਤੇ ਸਿੰਘ ਬਾਹਰ ਸਨ ਅਤੇ ਉਹ ਵੀ ਖਿੰਡੇ ਪੁੰਡੇ ਹੋਣ ਕਰਕੇ ਕੋਈ ਠੋਸ ਕਦਮ ਨਹੀਂ ਸੀ ਪੁੱਟਿਆ ਜਾ ਸਕਿਆ। ਸੋ ਬਾਹਰੋਂ ਕੋਈ ਸਹਾਇਤਾ ਨਾ ਆ ਸਕੀ। ਘੇਰਾ ਲੰਮਾ ਹੁੰਦਾ ਗਿਆ ਅਤੇ ਖੁਰਾਕ ਦੀ ਥੁੜ ਆਪਣਾ ਖੂਨੀ ਫੰਦਾ ਕੱਸਦੀ ਗਈ। ਨਤੀਜਾ ਬੰਦਾ ਸਿੰਘ ਅਤੇ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਨਿਕਲਿਆ। ਗੁਰਦਾਸ ਨੰਗਲ ਵਿੱਚ ਬੰਦਾ ਸਿੰਘ ਦਾ ਪਰਿਵਾਰ ਸਹਿਤ ਅਤੇ ਸਿੰਘਾਂ ਦੇ ਫੜੇ ਜਾਣ ਦੀ ਖਬਰ ਅਬਦੁਸ ਸਮਦ ਖਾਂ ਵੱਲੋਂ ਮੁਹੰਮਦ ਅਮੀਨ ਖਾਂ ਨੇ 12 ਦਸੰਬਰ ਸੰਨ 1715 ਈਸਵੀ ਦਿਨ ਸੋਮਵਾਰ ਨੂੰ ਬਾਦਸ਼ਾਹ ਨੂੰ ਉਸ ਵੇਲੇ ਸੁਣਾਈ ਜਦ ਕਿ ਉਹ ਜਹਾਂਦਾਰ ਸ਼ਾਹ ਵਿਰੁੱਧ ਆਪਣੀ ਹੋਈ ਜਿੱਤ ਦਾ ਜਸ਼ਨ ਮਨਾ ਰਿਹਾ ਸੀ। ਬਾਦਸ਼ਾਹ ਨੂੰ ਇਹ ਸੁਣ ਕੇ ਜਹਾਂਦਾਰ ਸ਼ਾਹ ਉੱਤੇ ਫਤਿਹ ਨਾਲੋਂ ਵੀ ਕਈ ਗੁਣਾ ਵੱਧ ਖੁਸ਼ੀ ਹੋਈ। ਉਸ ਨੂੰ ਇੰਜ ਲੱਗਾ ਮੁਗਲ ਰਾਜ ਦਾ ਸਭ ਤੋਂ ਵੱਡਾ ਅਤੇ ਸਖਤ ਦੁਸ਼ਮਣ ਕਾਬੂ ਆ ਗਿਆ ਹੈ। ਦਿੱਲੀ ਵਿੱਚ ਖੁਸ਼ੀਆਂ ਦੇ ਸ਼ਾਦਿਆਨੇ ਵੱਜ ਉੱਠੇ।
ਖੁਸ਼ਾਮਦੀ ਅਤੇ ਚਾਪਲੂਸ ਦਰਬਾਰੀਆਂ ਨੇ ਜੱਤ ਫਲਾਹ ਅਤੇ ਦੁਮ ਹਿਲਾ ਹਿਲਾ ਕਿਹਾ ਕਿ ਜਿਲੇ ਇਲਾਹੀ ਬੁਲੰਦ ਇਕਬਾਲ ਜਫਰਯਾਬ ਦੁਨੀਆ ਦੇ ਸ਼ਹਿਨਸ਼ਾਹ ਆਲੀ ਤਬਾਰ ਫਰਖਸ਼ੀਅਰ ਅੱਗੇ ਬੰਦੇ ਮਰਦੂਦ ਅਤੇ ਕਾਲੇ ਮੂੰਹਾਂ ਵਾਲੇ ਸਿੰਘਾਂ ਦਾ ਕੀ ਮੁਕਾਬਲਾ ਸੀ ਕਿ ਉਹ ਦੁੰਬ ਵੀ ਮਾਰ ਸਕਣ। ਗੁਰਦਾਸ ਨੰਗਲ ਦੀ ਗੜੀ ਦਾ ਸਰ ਹੋਣਾ ਅਤੇ ਬੰਦਾ ਸਿੰਘ ਦਾ ਫੜੇ ਜਾਣਾ, ਜਿੱਥੇ ਮੁਗਲ ਜਰਨੈਲਾਂ ਦੀ ਭਾਰੀ ਜਿੱਤ ਹੈ, ਉੱਥੇ ਇਹ ਸਦਾ ਲਈ ਸਿੱਖਾਂ ਦੇ ਖਾਤਮੇ ਦੀ ਸੂਚਕ ਹੈ। ਅਲਹਮਦੁਲਿਲਾ ਅਰਜ ਹਿੰਦ ਭਾਵ ਭਾਰਤ ਦੀ ਧਰਤੀ ਖਤਰਨਾਕ ਕੁਫਰ ਤੋਂ ਕਿਆਮਤ ਤੱਕ ਪਾਕ ਹੋ ਗਈ। ਮੁਗਲ ਬਾਦਸ਼ਾਹਾਂ ਵਿੱਚੋਂ ਫਰਖਸ਼ੀਅਰ ਸਭ ਤੋਂ ਸ਼ਕਤੀਸ਼ਾਲੀ ਅਤੇ ਅਜਿਮ ਫਤਿਹ ਮੰਨਿਆ ਜਾਵੇਗਾ। ਗੁਰਦਾਸ ਨੰਗਲ ਦੀ ਜਿੱਤ ਪ੍ਰਤੀ ਹਾਦੀ ਕਾਂਵਾਰ ਖਾਂ ਦੀ ਰਾਏ। ਗੁਰਦਾਸ ਨੰਗਲ ਦੀ ਜਿੱਤ ਸੰਬੰਧੀ ਖੁਸ਼ਾਮਦੀਆਂ ਅਤੇ ਮੌਕਾ ਪ੍ਰਸਤਾਂ ਜੋ ਲਾਲਾ ਕੀਤੀ ਅਤੇ ਖੁਸ਼ੀਆਂ ਦੇ ਢੋਲ ਢਮੱਕੇ ਪਿੱਟੇ ਅਤੇ ਬਾਦਸ਼ਾਹ ਨੂੰ ਦੁਨੀਆ ਦਾ ਮਹਾਨ ਜੇਤੂ ਗਰਦਾਨਿਆ। ਹਾਦੀ ਕਾਂਵਾਰ ਖਾਂ ਇਸ ਨੂੰ ਅਸਲੀਅਤ ਤੋਂ ਬਹੁਤ ਪਰੇ ਮੰਨਦਾ ਹੋਇਆ ਆਪਣੀ ਕਿਤਾਬ ਵਿੱਚ ਲਿਖਦਾ ਹੈ, ਬੰਦਾ ਸਿੰਘ ਦਾ ਫੜੇ ਜਾਣਾ ਅਤੇ ਗੜੀ ਤੇ ਕਬਜ਼ਾ ਮੁਗਲਾਂ ਦਾ ਹੋ ਜਾਣਾ ਕਿਸੇ ਦੀ ਉੱਚਤਮ ਬੁੱਧੀ ਜਾਂ ਸੂਰਬੀਰਤਾ ਦਾ ਸਿੱਟਾ ਨਹੀਂ ਸੀ, ਸਗੋਂ ਰੱਬ ਦੀ ਮਰਜ਼ੀ ਅਤੇ ਅਥਾਹ ਮਿਹਰਬਾਨੀ ਸੀ ਕਿ ਇਸ ਤਰ੍ਹਾਂ ਹੋ ਗਿਆ। ਨਹੀਂ ਤਾਂ ਹਰ ਕੋਈ ਜਾਣਦਾ ਹੈ ਕਿ ਸਵਰਗਵਾਸੀ ਬਾਦਸ਼ਾਹ ਬਹਾਦਰ ਸ਼ਾਹ ਨੇ ਆਪਣੇ ਚਾਰੇ ਸ਼ਹਿਜ਼ਾਦਿਆਂ ਅਤੇ ਵੱਡੇ ਵੱਡੇ ਸਿਪਾਹ ਸਲਾਰਾਂ ਅਤੇ ਅਫਸਰਾਂ ਸਣੇ ਵੱਡੇ ਲਸ਼ਕਰ ਨਾਲ ਇਸ ਉੱਠੇ ਵਿਦਰੋਹ ਨੂੰ ਖਤਮ ਕਰਨ ਦੇ ਪੂਰੇ ਯਤਨ ਕੀਤੇ ਸਨ, ਪਰ ਇਹ ਸਭ ਨਿਸਫਲ ਹੀ ਗਏ ਸਨ ਅਤੇ ਹੁਣ ਉਹ ਕਾਫਰ ਸਿੰਘ ਅਤੇ ਉਸ ਦੇ ਸਾਥੀ ਭੁੱਖ ਦੀ ਮਾਰ ਨੇ ਅਧੀਨ ਹੋਣ ਲਈ ਲਾਚਾਰ ਕਰ ਦਿੱਤੇ ਹਨ। ਹਾਦੀ ਕਾਂਵਾਰ ਖਾਂ ਨੇ ਸੱਚ ਨੂੰ ਨਿਖਾਰ ਕੇ ਪੇਸ਼ ਕਰ ਦਿੱਤਾ ਹੈ ਕਿ ਮੁਗਲ ਜਰਨੈਲਾਂ ਦੀ ਜਿੱਤ ਉਹਨਾਂ ਦੀ ਅਕਲਮੰਦੀ ਅਤੇ ਲੜਾਈ ਵਿੱਚ ਕਿਸੇ ਵਿਸ਼ੇਸ਼ ਸੂਰਮਗਤੀ ਦਾ ਸਿੱਟਾ ਨਹੀਂ, ਸਗੋਂ ਰੱਬ ਦੀ ਮਰਜ਼ੀ ਸੀ ਕਿ ਇੰਜ ਹੋ ਜਾਵੇ। ਸੋ ਉਹਨਾਂ ਨੂੰ ਭੁੱਖ ਦੀ ਮਾਰ ਨੇ ਅਧੀਨ ਹੋਣ ਲਈ ਮਜਬੂਰ ਕੀਤਾ ਹੈ। ਇਸ ਵਿੱਚ ਲਾਤਦਾਦ ਸ਼ਾਹੀ ਲਸ਼ਕਰ ਦੀ ਕੋਈ ਵਡਿਆਈ ਨਹੀਂ। ਕੈਦੀਆਂ ਦੀ ਲਾਹੌਰ ਵੱਲ ਰਵਾਨਗੀ। ਫੜੇ ਹੋਏ ਅਧਮੋਏ ਅਤੇ ਜ਼ਖਮਾਂ ਨਾਲ ਚੂਰ ਹੋਏ ਸਿੰਘਾਂ ਦੇ ਬੇਰਹਿਮਾਨਾ ਕਤਲ, ਉਹਨਾਂ ਦੇ ਢਿੱਡ ਚੀਰਨ ਪਾੜਨ ਅਤੇ ਗੜੀ ਨੂੰ ਢਾਹ ਕੇ ਸਫਨ ਸਫਾ ਕਰਨ ਤੋਂ ਵਿਹਲੇ ਹੋ ਕੇ ਸਾਰਿਆਂ ਨੇ ਆਪਣਾ ਸਮਾਨ ਅਸਬਾਬ ਸਾਂਭਿਆ। ਕੈਦੀਆਂ ਨੂੰ ਚੰਗੀ ਤਰ੍ਹਾਂ ਸੰਗਲਾਂ ਨਾਲ ਜਕੜ ਕੇ ਅੱਗੇ ਲਾ ਖੁਸ਼ੀਆਂ ਦੇ ਢੋਲ ਵਾਜੇ ਵਜਾਉਂਦਿਆਂ ਫੌਜ ਨੇ ਲਾਹੌਰ ਵੱਲ ਕੂਚ ਕੀਤਾ। ਇਹ ਸਮਾਚਾਰ ਪੋਹ ਸੰਮਤ ਬਿਕਰਮੀ 1722 ਦਾ ਹੈ। ਗੁਰਦਾਸ ਨੰਗਲੋਂ ਬੰਦਾ ਸਿੰਘ ਅਤੇ ਦੂਸਰੇ ਕੈਦੀਆਂ ਨੂੰ ਦਿੱਲੀ ਵੱਲ ਤੋਰਨ ਦੀ ਥਾਂ ਪਹਿਲਾਂ ਲਾਹੌਰ ਵੱਲ ਇਸ ਲਈ ਲਿਜਾਇਆ ਗਿਆ ਸੀ ਕਿ ਅਬਦੁਸ ਸਮਦ ਖਾਂ ਐਡੀ ਵੱਡੀ ਜਿੱਤ ਨਾਲ ਆਪਣੇ ਜਾਹੋ ਜਲਾਲ ਵਿੱਚ ਵਾਧਾ ਕਰਨਾ ਚਾਹੁੰਦਾ ਸੀ। ਲਾਹੌਰੀ ਮੁਸਲਮਾਨਾਂ ਨੇ ਮੁਲਾਣਿਆਂ ਦੀ ਚੁੱਕਣਾ ਕਾਰਨ ਭੂਏ ਆ ਕੇ ਸ਼ੁਰੂ ਵਿੱਚ ਹੈਦਰੀ ਝੰਡੇ ਥੱਲੇ ਜਹਾਦ ਸ਼ੁਰੂ ਕੀਤਾ ਅਤੇ ਲਾਹੌਰੋਂ ਬਾਹਰ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਉਹ 2 ਵਾਰ ਗਏ ਸਨ, ਪਰ ਦੋਵੇਂ ਵਾਰੀ ਬੁਰੀ ਤਰ੍ਹਾਂ ਭੁੱਥੇ ਬਣਾ ਕੇ ਮੁੜੇ ਸਨ। ਉਦੋਂ ਹਜ਼ਾਰਾਂ ਘਰਾਣੇ ਮਾਤਮ ਵਿੱਚ ਡੁੱਬ ਗਏ ਸਨ। ਗਾਜੀਆਂ ਦੇ ਦਿਲਾਂ ਉੱਤੇ ਸਿੰਘਾਂ ਦਾ ਐਸਾ ਭੈ ਬੈਠਾ ਸੀ ਕਿ ਮੁੜ ਮੁਲਾਣਿਆਂ ਦੇ ਆਖੇ ਲੱਗ ਕੇ ਕਿਸੇ ਨੂੰ ਵੀ ਬੰਦਾ ਸਿੰਘ ਵੱਲ ਮੂੰਹ ਕਰਨ ਦਾ ਹੌਸਲਾ ਨਹੀਂ ਸੀ ਪਿਆ। ਲਾਹੌਰ ਦੀਆਂ ਕੰਧਾਂ ਤੋਂ ਬਾਹਰ ਬੁਰੀ ਤਰ੍ਹਾਂ ਖੌਫ ਛਾਇਆ ਹੋਇਆ ਸੀ। ਲੋਕਾਂ ਦੇ ਦਿਲਾਂ ਵਿੱਚੋਂ ਇਹ ਡਰ, ਖੌਫ ਅਤੇ ਸਹਿਮ ਕੱਢਣ ਲਈ ਆਪਣਾ ਰੋਹਬ ਦਾਬ ਦੂਣਾ ਚੌਣਾ ਕਰਨ ਲਈ ਫੜੇ ਹੋਏ ਸਿੰਘਾਂ ਨੂੰ ਲਾਹੌਰ ਵਿੱਚ ਦੀ ਫੇਰਨਾ ਦਲੇਰੇ ਜੰਗ ਨੇ ਜ਼ਰੂਰੀ ਸਮਝਿਆ। ਲੋਕਾਂ ਨੂੰ ਫੜੇ ਹੋਏ ਅਤੇ ਬੇਵੱਸ ਸ਼ੇਰਾਂ ਦੇ ਪ੍ਰਤੱਖ ਦਰਸ਼ਨ ਕਰਾਉਣੇ ਇਸੇ ਕਾਰਨ ਜ਼ਰੂਰੀ ਸਨ ਕਿ ਇਸ ਤੋਂ ਪਿੱਛੋਂ ਉਹ ਆਰਾਮ ਦੀ ਨੀਂਦ ਸੌਂ ਸਕਣ। ਜਹਾਦਾਂ 'ਚੋਂ ਬਚ ਕੇ ਆਏ ਮੁਲਾਣੇ ਗਾਜੀਆਂ ਦੇ ਸੜਦੇ ਸੀਨੇ ਠਾਰਨ ਦਾ ਇਹ ਸੋਹਣਾ ਮੌਕਾ ਸੀ। ਇਸ ਤੋਂ ਬਿਨਾਂ ਕੈਦੀਆਂ ਨੂੰ ਲਾਹੌਰ ਲਿਆਉਣ ਦੀ ਕੋਈ ਹੋਰ ਵਜ੍ਹਾ ਨਹੀਂ ਦਿਸਦੀ। ਇਹ ਜਿੱਤ ਜੋ ਸਿਰਫ ਰੱਬ ਦੀ ਮਰਜ਼ੀ ਨਾਲ ਉਹਨਾਂ ਨੂੰ ਪ੍ਰਾਪਤ ਹੋਈ ਸੀ, ਇਸ ਨੂੰ ਉਹ ਬਹੁਤ ਹੀ ਵੱਡਾ ਕਰਕੇ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਸੀ। ਸੱਚ ਹੈ ਕਿ ਜਿੱਤਿਆ ਹੋਇਆ ਆਦਮੀ ਹਰ ਤਰ੍ਹਾਂ ਦੀ ਮਨਮਰਜ਼ੀ ਕਰਨਾ ਆਪਣਾ ਹੱਕ ਸਮਝਦਾ ਹੈ। ਇਸ ਲਈ ਉਹਨਾਂ ਨੂੰ ਲੋਹੇ ਦੇ ਮਜ਼ਬੂਤ ਪਿੰਜਰੇ ਵਿੱਚ ਪਾ ਕੇ ਅੰਦਰ ਬਾਹਰੋਂ
ਚੌਂ ਮੋਟੇ ਸੰਗਲਾਂ ਨਾਲ ਬੱਧਾ ਹੋਇਆ ਸੀ। ਉਸ ਦੇ ਪੈਰੀਂ ਬੇੜੀਆਂ, ਗੋਡਿਆਂ ਦੁਆਲੇ ਕੜੇ, ਲੱਕ ਦੁਆਲੇ ਸੰਗਲ ਅਤੇ ਗਲ ਵਿੱਚ ਲੋਹੇ ਦੇ ਕੁੰਡਲ ਪਾਏ ਹੋਏ ਸਨ। ਇਹਨਾਂ ਕੁੰਡਲਾਂ ਨੂੰ ਲੱਕੜੀ ਦੇ ਮਜ਼ਬੂਤ ਮੋਟੇ ਡੰਡਿਆਂ ਨਾਲ ਜਕੜਿਆ ਹੋਇਆ ਸੀ ਤਾਂ ਕਿ ਉਹ ਹਿਲਜੁਲ ਕਰਕੇ ਸੰਗਲ ਨਾ ਤੁੜਵਾ ਲਵੇ। ਪਿੰਜਰੇ ਨੂੰ ਚਾਰ ਚੁਫੇਰੇ ਮੋਟੇ ਸੰਗਲਾਂ ਦੇ ਪੇਟੀ ਬੰਦ ਪਾਏ ਹੋਏ ਸਨ। ਇਸ ਨਾਲ ਵੀ ਮੁਗਲ ਸਿਪਾਹ ਸਲਾਰਾਂ ਨੂੰ ਤਸੱਲੀ ਨਹੀਂ ਸੀ ਹੋਈ, ਇਸ ਲਈ ਉਸੇ ਹਾਥੀ ਉੱਤੇ ਪਿੰਜਰੇ ਦੇ ਨਾਲ ਦੋਹੇ ਪਾਸੀਂ ਦੋ ਮੁਗਲ ਸਰਦਾਰਾਂ ਦੇ ਲੱਕਾਂ ਨੂੰ ਸੰਗਲ ਪਾ ਕੇ ਬੱਧਾ ਹੋਇਆ ਸੀ ਅਤੇ ਦੋਹਾਂ ਦੇ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਸਨ ਤਾਂ ਕਿ ਉਹ ਪਿੰਜਰੇ 'ਚੋਂ ਨਿਕਲਣ ਲੱਗੇ ਬੰਦਾ ਸਿੰਘ ਦਾ ਕੰਮ ਤਮਾਮ ਕਰ ਦੇਣ। ਬੰਦਾ ਸਿੰਘ ਦੇ ਸਾਥੀ ਜਥੇਦਾਰਾਂ ਅਤੇ ਹੋਰ ਉੱਘੇ ਸੂਰਮਿਆਂ ਨੂੰ ਪੈਰੀਂ ਬੇੜੀਆਂ ਪਾਈਆਂ ਹੋਈਆਂ ਸਨ ਅਤੇ ਗਲ ਵਿੱਚ ਤੌਕ ਪਾ ਕੇ ਉਹਨਾਂ ਦਾ ਇੱਕ ਇੱਕ ਹੱਥ ਉਸ ਦੀ ਲੱਕੜ ਵਿੱਚ ਕੱਸਿਆ ਹੋਇਆ ਸੀ। ਇਹਨਾਂ ਨੂੰ ਲੰਡੇ ਲੁੰਡੇ, ਸੜੇ ਸੁੱਕੇ ਅਤੇ ਮਰੀਅਲ ਜਿਹੇ ਖੋਤਿਆਂ, ਟਟੂਆਂ ਅਤੇ ਅਲਾਣੇ ਊਠਾਂ ਉੱਤੇ ਚੜਾਇਆ ਹੋਇਆ ਸੀ। ਉਹਨਾਂ ਦੇ ਮੂੰਹ ਸਿਰ ਘੱਟੇ ਨਾਲ ਭਰ ਕੇ ਸਿਰਾਂ ਉੱਤੇ ਕਾਗਜ਼ਾਂ ਦੀਆਂ ਨੋਕਦਾਰ ਟੋਪੀਆਂ ਪਾਈਆਂ ਹੋਈਆਂ ਸਨ। ਇਸ ਤਰ੍ਹਾਂ ਇਹਨਾਂ ਨੂੰ ਇੱਕ ਟੋਲੇ ਵਿੱਚ ਇਕੱਠਾ ਕਰਕੇ ਬੰਦਾ ਸਿੰਘ ਦੇ ਪਿੱਛੇ ਤੋਰਿਆ ਹੋਇਆ ਸੀ। ਇਹਨਾਂ ਦੇ ਅੱਗੇ ਢੋਲ ਅਤੇ ਵਾਜਾ ਵੱਜਦਾ ਜਾ ਰਿਹਾ ਸੀ। ਇਹਨਾਂ ਦੇ ਪਿੱਛੇ ਮੁਗਲ ਘੋੜਸਵਾਰ ਸਨ ਜਿਨ੍ਹਾਂ ਨੇਜਿਆਂ ਉੱਤੇ ਸਿਰ ਟੰਗੇ ਹੋਏ ਸਨ। ਇਹਨਾਂ ਦੇ ਪਿੱਛੇ ਬਾਦਸ਼ਾਹੀ ਅਮੀਰ, ਫੌਜਦਾਰ ਅਤੇ ਹਿੰਦੂ ਰਾਜੇ ਆਪਣੀਆਂ ਆਪਣੀਆਂ ਫੌਜਾਂ ਸਮੇਤ ਜਾ ਰਹੇ ਸਨ। ਇਹ ਲਾਮ ਲਸ਼ਕਰ ਕਈ ਮੀਲਾਂ ਵਿੱਚ ਫੈਲਿਆ ਹੋਇਆ ਸੀ। ਸਿੰਘ ਕੈਦੀਆਂ ਦਾ ਕਾਫਲਾ ਲਾਹੌਰ ਪੁੱਜਾ। ਜਦ ਇਹ ਜਲੂਸ ਲਾਹੌਰ ਲਾਗੇ ਪੁੱਜਾ ਤਾਂ ਇਸ ਤਮਾਸ਼ੇ ਨੂੰ ਵੇਖਣ ਲਈ ਲੋਕੀ ਸ਼ਹਿਰੋਂ ਬਾਹਰ ਨਿਕਲ ਆਏ ਅਤੇ ਮੀਲਾਂ ਤੀਕ ਸੜਕ ਦੇ ਦੋਹੇ ਪਾਸੀਂ ਕਤਾਰਾਂ ਵਿੱਚ ਖੜੇ ਹੋ ਗਏ। ਜਿਨ੍ਹਾਂ ਨੂੰ ਬਾਹਰ ਜਗ੍ਹਾ ਨਾ ਮਿਲੀ ਉਹ ਬਾਜ਼ਾਰਾਂ ਵਿੱਚ ਹੀ ਖੜੇ ਹੋ ਗਏ। ਜੋ ਬਾਹਰ ਨਾ ਆ ਸਕੇ ਉਹ ਬਾਜ਼ਾਰਾਂ ਨਾਲ ਲੱਗਦਿਆਂ ਕੋਠਿਆਂ ਦੀਆਂ ਛੱਤਾਂ ਉੱਤੇ ਚੜ੍ਹ ਗਏ। ਸੜਕਾਂ, ਗਲੀਆਂ, ਬਾਜ਼ਾਰਾਂ ਅਤੇ ਕੋਠਿਆਂ ਦੀਆਂ ਛੱਤਾਂ ਮਨੁੱਖੀ ਸਿਰਾਂ ਦਾ ਠਾਠਾ ਮਾਰਦਾ ਸਮੁੰਦਰ ਬਣਿਆ ਹੋਇਆ ਸੀ। ਇਸ ਤਰ੍ਹਾਂ ਅਧਮੋਏ ਕੈਦੀਆਂ, ਜਿਨ੍ਹਾਂ ਨੂੰ ਬੁਰੀ ਤਰ੍ਹਾਂ ਜੰਜੀਰਾਂ ਨਾਲ ਜਕੜਿਆ ਹੋਇਆ ਸੀ, ਕਤਲ ਕੀਤੇ ਸਿੰਘਾਂ ਦੇ ਲਹੂ ਦਾ ਗੁੜੁੱਚ ਸਿਰਾਂ ਤੇ ਹਵਾ ਵਿੱਚ ਲਹਿਰਾਉਂਦੇ ਹੋਏ ਉਹਨਾਂ ਦੇ ਕੇਸ ਜੋ ਨੇਜਿਆਂ ਉੱਤੇ ਟੰਗੇ ਹੋਏ ਸਨ ਦੇ ਜਲੂਸ ਨਾਲ ਸੂਬੇਦਾਰ ਅਬਦੁਸ ਸਮਦ ਖਾਂ ਹੈਂਕੜ ਵਿੱਚ ਫੁੰਕਾਰਦਾ ਹੋਇਆ ਆਪਣੀ ਰਾਜਧਾਨੀ ਲਾਹੌਰ ਵਿੱਚ ਦਾਖਲ ਹੋਇਆ। ਸ਼ਾਹੀ ਲਸ਼ਕਰ ਹੁਣ ਬੜੀ ਸੱਜ ਧੱਜ ਨਾਲ ਲਾਹੌਰ ਵੱਲ ਜਾ ਰਿਹਾ ਸੀ। ਬੰਦਾ ਸਿੰਘ ਅਤੇ ਉਸਦੇ ਸਾਥੀ ਭਾਵੇਂ ਕੈਦ ਕੀਤੇ ਹੋਏ ਸਨ ਪਰ ਲਸ਼ਕਰੀਆਂ ਦੇ ਦਿਲਾਂ ਵਿੱਚ ਉਹਨਾਂ ਦਾ ਤਰੌ ਉਸੇ ਤਰ੍ਹਾਂ ਕਾਇਮ ਸੀ। ਬੰਦਾ ਸਿੰਘ ਦੀ ਕਰਾਮਾਤੀ ਤਾਕਤ ਦਾ ਭੈ ਉਹਨਾਂ ਦੇ ਮਨ ਨੂੰ ਇੰਜ ਚੱਟ ਰਿਹਾ ਸੀ ਕਿ ਬੰਦਾ ਸਿੰਘ ਰਸਤੇ ਵਿੱਚ ਜਾਂਦਾ ਹੋਇਆ ਕਿਧਰੇ ਬਚ ਕੇ ਅਲੋਪ ਨਾ ਹੋ ਜਾਏ। ਜਰਨੈਲਾਂ ਅਤੇ ਸ਼ਾਹੀ ਲਸ਼ਕਰ ਨੇ ਕੁਝ ਦਿਨ ਲਾਹੌਰ ਵਿਖੇ ਆਰਾਮ ਕੀਤਾ। ਅਬਦੁਸ ਸਮਦ ਖਾਂ ਦੀ ਤੀਬਰ ਇੱਛਾ ਸੀ ਕਿ ਐਡੇ ਵੱਡੇ ਕੈਦੀ ਨੂੰ, ਜਿਸ ਨੇ 6 ਸਾਲ ਮੁਗਲ ਹਕੂਮਤ ਦਾ ਜਿਉਣਾ ਹਰਾਮ ਕਰ ਛੱਡਿਆ ਸੀ, ਨੂੰ ਆਪ ਦਿੱਲੀ ਲੈ ਕੇ ਜਾਵੇ ਅਤੇ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰੇ, ਇਨਾਮ ਇਕਰਾਮ ਪਾਵੇ ਅਤੇ ਸਾਰੇ ਦਰਬਾਰੀਆਂ ਉੱਤੇ ਆਪਣੀ ਧੌਂਸ ਕਾਇਮ ਕਰੇ। ਇਸ ਲਈ ਤੇਜ਼ ਰਫ਼ਤਾਰ ਕਾਸਿਦ ਭੇਜ ਕੇ ਬਾਦਸ਼ਾਹ ਪਾਸੋਂ ਆਗਿਆ ਮੰਗੀ ਤਾਂ ਸ਼ਾਹੀ ਹੁਕਮ ਆਇਆ ਕਿ ਸਿੱਖ ਆਗੂ ਅਤੇ ਉਸਦੇ ਨਾਲ ਗ੍ਰਿਫਤਾਰ ਕੀਤੇ ਸਿੱਖ ਕੈਦੀਆਂ ਨੂੰ ਜ਼ਕਰੀਆ ਖਾਂ ਅਤੇ ਮੁਹੰਮਦ ਅਮੀਨ ਖਾਂ ਦੇ ਪੁੱਤਰ ਕਮਰੁਦੀਨ ਦੀ ਸੁਪੁਰਦਗੀ ਦੇ ਕੇ ਦਿੱਲੀ ਭੇਜਿਆ ਜਾਵੇ ਅਤੇ ਅਬਦੁਸ ਸਮਦ ਖਾਂ ਆਪ ਲਾਹੌਰ ਹੀ ਰਹੇ ਅਤੇ ਆਪਣੇ ਇਲਾਕਿਆਂ ਦਾ ਚੰਗਾ ਬੰਦੋਬਸਤ ਕਰਕੇ ਅਮਨ ਬਹਾਲ ਕਰੇ। ਨਾਲ ਹੀ ਸੁਚੇਤ ਰਹੇ ਕਿ ਸਿੱਖ ਮੁੜ ਸਿਰ ਨਾ ਚੁੱਕਣ। ਲਾਹੌਰੋਂ ਤੁਰਨ ਵੇਲੇ ਜ਼ਕਰੀਆ ਖਾਂ ਨੂੰ ਮਹਿਸੂਸ ਹੋਇਆ ਕਿ ਬਾਦਸ਼ਾਹ ਦੇ ਪੇਸ਼ ਕਰਨ ਲਈ 200 ਸਿੱਖਾਂ ਦੇ ਸਿਰ ਬਹੁਤ ਥੋੜ੍ਹੇ ਹਨ। ਦਰਬਾਰੀਆਂ ਅਤੇ ਬਾਦਸ਼ਾਹ ਸਾਹਮਣੇ ਬੜੇ ਜਲੀਲ ਹੋਵਾਂਗੇ। ਜਦ ਉਹਨਾਂ ਤਾਨੇ ਦਿੱਤੇ ਕਿ ਬਸ ਇੰਨੇ ਕੁ ਬਾਕੀ ਸਿੰਘ ਸਨ ਜਿਨ੍ਹਾਂ ਨੇ 8 ਮਹੀਨਿਆਂ ਤੋਂ ਵੱਧ ਸਮੇਂ ਤੱਕ ਤੁਹਾਨੂੰ ਨੱਕ ਰਾਹੀਂ ਚਣੇ ਚਬਵਾ ਛੱਡੇ ਅਤੇ ਐਡੇ ਵੱਡੇ ਲਾਮ ਲਸ਼ਕਰ ਅਤੇ ਤੋਪਖਾਨੇ ਦੀ ਸੁਰਤ ਭਲਾਈ ਰੱਖੀ। ਅਸ਼ਕੇ ਜਾਈਏ, ਬੜੀ ਵੱਡੀ ਮੁਹਿੰਮ ਸਰ ਕਰਕੇ ਆਏ ਹੋ, ਡੁੱਬ ਮਰੋ ਕਿਧਰੇ ਚਪਣੀ ਵਿੱਚ ਨੱਕ ਡਬੋ ਕੇ। ਇਹਨਾਂ ਤਾਨਿਆਂ ਅਤੇ ਲਾਹਣਤਾਂ ਤੋਂ ਬਚਣ ਲਈ ਉਸ ਨੇ ਉਪਾਅ ਸੋਚਿਆ ਕਿ ਸਿੱਖਾਂ ਦੇ ਸਿਰਾਂ ਦੀ ਗਿਣਤੀ ਕਾਫੀ ਵਧਾ ਲਈ ਜਾਵੇ। ਇਸ ਫੁਰਨੇ ਦੀ ਦੇਰ ਸੀ ਕਿ ਹੁਕਮ ਪਾ ਕੇ ਮੁਗਲ ਫੌਜਾਂ ਤਲਵਾਰਾਂ ਸੂਤ ਪਿੰਡਾਂ ਵਿੱਚ ਵੜ ਗਈਆਂ। ਅਨੇਕਾਂ ਮਾਸੂਮ ਅਤੇ ਬੇਗੁਨਾਹ ਸਿੱਖ ਫੜ ਮੰਗਵਾਏ ਅਤੇ ਕਤਲ ਕਰਕੇ ਉਹਨਾਂ ਦੇ ਸਿਰ ਭੂਸੇ ਨਾਲ ਭਰ ਕੇ ਨੇਜਿਆਂ ਸੇਲਿਆਂ ਉੱਤੇ ਟੰਗ ਕੇ ਬਾਕੀ ਗੱਡਿਆਂ ਵਿੱਚ ਭਰ ਲਏ।
ਜ਼ਕਰੀਆ ਖਾਂ ਦਾ ਇਹ ਮੰਦਭਾਗਾ ਕਾਫਲਾ ਦਿੱਲੀ ਵੱਲ ਨੂੰ ਵੱਧਦਾ ਹੋਇਆ ਰਾਹ ਵਿੱਚ ਮੌਤ ਦਾ ਛੱਟਾ ਬਖੇਰਦਾ ਜਾ ਰਿਹਾ ਸੀ। ਸਿੱਖ ਵਸੋਂ ਵਾਲੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ, ਜਿਨ੍ਹਾਂ ਨੂੰ ਖੁਸ਼ਕਿਸਮਤੀ ਨਾਲ ਪਹਿਲਾਂ ਪਤਾ ਲੱਗ ਗਿਆ, ਬਸ ਉਹ ਕਿਧਰੇ ਭੱਜ ਕੇ ਬਚ ਨਿਕਲੇ। ਲੜਕੀਆਂ ਤੱਕ ਕਤਲ ਕਰਕੇ ਉਹਨਾਂ ਦੇ ਲੰਮੇ ਕੇਸਾਂ ਦੇ ਸਿਰਾਂ ਅਤੇ ਜੂੜੇ ਕਰ ਦਿੱਤੇ ਤਾਂ ਕਿ ਉਹ ਸਿੱਖ ਗੱਭਰੂ ਦਿਸਣ। ਇਸ ਤਰ੍ਹਾਂ ਥੋੜ੍ਹੇ ਦਿਨਾਂ ਵਿੱਚ ਹਜ਼ਾਰਾਂ ਸਿੱਖ ਇਸ ਧਰਮ ਦੇ ਅਨੁਯਾਈ ਅਤੇ ਗੈਰ ਮੁਸਲਿਮ ਹੋਣ ਦੇ ਜੁਰਮ ਵਿੱਚ ਤਲਵਾਰ ਦੀ ਭੇਟ ਚੜ੍ਹਾ ਦਿੱਤੇ ਗਏ। ਵੱਡੇ ਹੋਏ ਸਿਰਾਂ ਨਾਲ 700 ਗੱਡੇ ਭਰੇ ਹੋਏ ਸਨ, ਜੋ ਇਹ ਬਹਾਦਰ ਜਰਨੈਲ ਆਪਣੇ ਕਾਫਲੇ ਵਿੱਚ ਲਈ ਜਾ ਰਹੇ ਸਨ। ਕੈਦੀਆਂ ਨੂੰ ਖਾਣ ਲਈ ਸਿਰਫ ਖਿਚੜੀ ਹੀ ਦਿੱਤੀ ਜਾਂਦੀ ਸੀ। ਫੜਿਆਂ ਹੋਇਆਂ ਨਾਲ ਵੀ ਬਹੁਤ ਬੁਰਾ ਵਿਹਾਰ ਕੀਤਾ ਜਾਂਦਾ ਸੀ। ਰਸਤੇ ਵਿੱਚ ਕਿਸੇ ਪਿਆਸੇ ਸਿੱਖ ਕੈਦੀ ਨੂੰ ਪਾਣੀ ਪਿਆਉਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਉਹਨਾਂ ਨੂੰ ਜਲੀਲ ਕਰਨ ਲਈ ਹਰ ਤਰ੍ਹਾਂ ਨਾਲ ਬੁਰੇ ਤਰੀਕੇ ਨਾਲ ਪੇਸ਼ ਆ ਰਹੇ ਸਨ। ਕੈਦੀਆਂ ਨਾਲ ਹੋ ਰਹੀ ਇਸ ਬਦਸਲੂਕੀ ਬਾਰੇ ਕਨਿੰਘਮ ਲਿਖਦਾ ਹੈ ਕਿ ਬੰਦਾ ਸਿੰਘ ਅਤੇ ਦੂਸਰਿਆਂ ਕੈਦੀਆਂ ਨੂੰ ਬੜੇ ਭੈੜੇ ਤੋਂ ਭੈੜੇ ਵਿਹਾਰ ਨਾਲ, ਜੋ ਪਰਲੇ ਦਰਜੇ ਦਾ ਜਾਹਿਲ, ਵਹਿਸ਼ੀ ਅਤੇ ਤਵੱਸਵੀ ਜੇਤੂ ਕਰ ਸਕਦਾ, ਨਾਲ ਦਿੱਲੀ ਨੂੰ ਤੋਰਿਆ ਗਿਆ। ਬੰਦਾ ਸਿੰਘ ਵਾਂਗ ਦੂਜੇ ਸਿੰਘਾਂ ਨੂੰ ਪੈਰਾਂ, ਹੱਥਾਂ, ਲੱਕ ਅਤੇ ਗਲਾਂ ਤੋਂ ਸੰਗਲਾਂ ਅਤੇ ਤੌਕਾਂ ਨਾਲ ਜਕੜਿਆ ਹੋਇਆ ਸੀ। ਦੋ ਦੋ ਕਰਕੇ ਅਣਪਲਾਣੇ ਊਠਾਂ ਉੱਤੇ ਅਤੇ ਦੋ ਦੋ, ਤਿੰਨ ਤਿੰਨ ਇੰਜ ਹੀ ਜੂੜ ਕੇ ਗੱਡਿਆਂ ਉੱਤੇ ਸੁੱਟੇ ਹੋਏ ਸਨ। ਸਰਹੰਦ ਵਿੱਚ ਕੈਦੀਆਂ ਨੂੰ ਬਾਜ਼ਾਰਾਂ ਵਿੱਚ ਫੇਰਨਾ। ਜਦ ਇਹ ਕਾਫਲਾ ਸਰਹੰਦ ਪਹੁੰਚਿਆ ਤਾਂ ਜ਼ਕਰੀਆ ਖਾਂ ਦੇ ਹੁਕਮ ਨਾਲ ਜਾਣ ਬੁੱਝ ਕੇ ਬੰਦਾ ਸਿੰਘ ਸਮੇਤ ਇਹਨਾਂ ਬੇਬਸ ਅਤੇ ਲਾਚਾਰ ਕੈਦੀਆਂ ਨੂੰ ਸਰਹੰਦ ਦੇ ਬਾਜ਼ਾਰਾਂ ਵਿੱਚ ਦੀ ਲੰਘਾਇਆ ਗਿਆ। ਇੱਥੇ ਤਮਾਸ਼ੀਆਂ ਦੀ ਬਹੁਤ ਭੀੜ ਇਕੱਠੀ ਹੋ ਚੁੱਕੀ ਸੀ, ਜੋ ਲੋਕ ਕੱਲ੍ਹ ਤੱਕ ਇਹਨਾਂ ਦੇ ਸੁਪਨੇ ਵਿੱਚ ਵੀ ਨਾ ਸੁਣ ਕੇ ਅਬੜਵਾਏ ਬੌੜੀ ਬਚਾਓ ਬਚਾਓ ਦੀਆਂ ਚਾਂਗਰਾਂ ਚੀਕ ਮਾਰ ਕੇ ਉੱਠ ਬੈਠਦੇ ਸਨ। ਉਹਨਾਂ ਨੂੰ ਨਰੜਿਆ ਜੂੜਿਆ ਹੋਇਆਂ ਨੂੰ ਵੇਖ ਕੇ ਸ਼ੇਰ ਹੋ ਰਹੇ ਸਨ। ਟਿਚਕਰਾਂ ਮਖੌਲ ਕਰਦੇ, ਗਾਲੀਆਂ ਦਿੰਦੇ, ਇੱਟਾਂ ਵੱਟੇ ਅਤੇ ਘੱਟਾ ਉਹਨਾਂ ਉੱਤੇ ਸੁੱਟਦੇ। ਕਈ ਸਿੰਘ ਤਾਂ ਉਛਲ ਪੈਂਦੇ ਕਿ ਸੰਗਲ ਬੇੜੀਆਂ ਤੁੜਵਾ ਕੇ ਇਹਨਾਂ ਬਦਜ਼ੁਬਾਨਾਂ ਅਤੇ ਕਾਇਰਾਂ ਦੀਆਂ ਧੌਣਾਂ ਮਰੋੜ ਦਈਏ, ਪਰ ਸੰਗਲ ਅਤੇ ਬੇੜੀਆਂ ਉਹਨਾਂ ਦੀ ਪੇਸ਼ ਨਹੀਂ ਸਨ ਜਾਣ ਦਿੰਦੇ। ਪਿੰਜਰੇ ਪਏ ਸ਼ੇਰ ਨੂੰ ਤਾਂ ਨਿੱਕੇ ਨਿੱਕੇ ਬੱਚੇ ਅਤੇ ਤਰੀਮਤਾਂ ਵੀ ਹਊ ਹਊ ਕਰਕੇ ਛੇੜਨੋਂ ਸੰਕੋਚ ਨਹੀਂ ਸੀ ਕਰਦੀਆਂ। ਬਸ ਇੱਥੇ ਵੀ ਐਸਾ ਹੀ ਹਾਲ ਸੀ। ਸਿੰਘ ਇਸ ਦੇ ਬਾਵਜੂਦ ਉੱਚੀ ਸੁਰ ਵਿੱਚ ਸ਼ਬਦ ਪੜ੍ਹਦੇ ਜਾ ਰਹੇ ਸਨ। ਨਾ ਜਰੀਆਂ ਜਾਣ ਵਾਲੀਆਂ ਗੱਲਾਂ ਬੜੀ ਧੀਰਜ ਨਾਲ ਜਰੀ ਜਾ ਰਹੇ ਸਨ। ਸਿੰਘਾਂ ਨੂੰ ਪਤਾ ਸੀ ਕਿ ਉਹ ਸਿੱਧੇ ਮੌਤ ਵੱਲ ਜਾ ਰਹੇ ਹਨ, ਪਰ ਉਹ ਖੁਸ਼ੀਆਂ ਮਨਾਉਂਦੇ ਜਾ ਰਹੇ ਸਨ। ਚੜ੍ਹਦੀ ਕਲਾ ਐਸੀ ਸੀ ਕਿ ਜਦ ਲੋਕ ਕਹਿੰਦੇ ਸਨ ਕਿ ਸਭ ਕਤਲ ਕੀਤੇ ਜਾਓਗੇ, ਤਾਂ ਉਹ ਅੱਗੋਂ ਨਿਡਰਤਾ ਪ੍ਰਗਟ ਕਰਦੇ ਹੋਏ ਕਹਿੰਦੇ ਕਿ ਮੌਤ ਦਾ ਡਰ ਤੁਹਾਨੂੰ ਹੋਵੇਗਾ, ਸਾਨੂੰ ਕੋਈ ਨਹੀਂ। ਅਸੀਂ ਬੱਧੇ ਨਾ ਹੁੰਦੇ ਤਾਂ ਤੁਹਾਨੂੰ ਮੌਤ ਦਾ ਸਵਾਦ ਹੁਣੇ ਹੀ ਚਖਾ ਦਿੰਦੇ। ਆਪਣੀ ਆਈ ਤੋਂ ਹੁਣ ਵੀ ਅਸੀਂ ਕਦ ਟਲਦੇ ਹਾਂ। ਕਹੋ ਆਪਣੇ ਜ਼ਕਰੀਏ ਨੂੰ ਜਰਾ ਸਾਨੂੰ ਖੋਲ੍ਹ ਕੇ ਵੇਖੇ, ਤੁਹਾਨੂੰ ਕਿਹੋ ਜਿਹੇ ਜਲਵੇ ਵਿਖਾਉਂਦੇ ਹਾਂ। ਨਾ ਸਾਨੂੰ ਮੌਤ ਦਾ ਡਰ, ਨਾ ਉਸ ਦੀ ਪਰਵਾਹ, ਪਰ ਤੁਸੀਂ ਯਾਦ ਰੱਖਿਓ, ਗੱਲ ਸਾਡੀ ਮੌਤ ਨਾਲ ਨਹੀਂ ਮੁੱਕ ਜਾਣੀ। ਇਹ ਤਾਂ ਅੱਗ ਉੱਤੇ ਤੇਲ ਪਾਉਣ ਵਾਂਗ ਭੜਕੂ। ਸਾਡੇ ਪਿੱਛੋਂ ਸਾਡੇ ਭਰਾ ਆਉਣਗੇ ਅਤੇ ਤੁਹਾਡੀਆਂ ਜੜ੍ਹਾਂ ਪੁੱਟ ਕੇ ਸਤਲੁਜ ਅਤੇ ਜਮਨਾ ਵਿੱਚ ਸੁੱਟਣਗੇ। ਬਹੁਤਾ ਸਮਾਂ ਨਹੀਂ ਲੱਗਣਾ। ਸਮਝੋ ਖਾਲਸਾ ਆਇਆ ਕੀ ਆਇਆ, ਐਵੇਂ ਥੋੜ੍ਹਾ ਜਿਹਾ ਹੀ ਓਲਾ ਹੈ। ਸਰਹੰਦ, ਜਿਸ ਨੂੰ ਸਿੱਖ ਗੁਰੂ ਮਾਰੀ ਦੇ ਨਾਉ ਨਾਲ ਯਾਦ ਕਰਦੇ ਸਨ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵੇਲੇ ਤੋਂ ਹੀ ਸਿੰਘਾਂ ਦੀ ਅੱਖਾਂ ਵਿੱਚ ਰੜਕਦੀ ਸੀ। ਬੰਦਾ ਸਿੰਘ ਨੇ ਵਜ਼ੀਰ ਖਾਂ ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਹੋਈ ਲੜਾਈ ਸਮੇਂ ਹਾਰ ਦੇ ਕੇ ਉਸ ਦੇ ਖੋਟੀ ਮੱਤ ਵਾਲੇ ਸਾਥੀਆਂ ਨੂੰ ਬੁਰੀ ਬਾਬ ਕਰਕੇ ਮਾਰਿਆ ਸੀ। ਸ਼ਹਿਰ ਲੁੱਟਿਆ ਗਿਆ, ਪਰ ਪੂਰੀ ਤਰ੍ਹਾਂ ਬਰਬਾਦ ਨਹੀਂ ਸੀ ਕੀਤਾ। ਬੰਦਾ ਸਿੰਘ ਦੀ ਸ਼ਹਾਦਤ ਤੋਂ 48 ਸਾਲ ਬਾਅਦ ਬੁੱਢਾ ਦਲ ਅਤੇ ਤਰਨਾ ਦਲ ਭਾਵ 11 ਮਿਸਲਾਂ ਨੇ ਹਿੱਸਾ ਲਿਆ। ਇਸ ਘਰਾਣੇ ਨੇ ਢਿੱਡ ਵਜਾ ਕੇ 6ਵੇਂ ਪਾਤਸ਼ਾਹ ਤੋਂ ਭੁੱਖ ਦੇ ਕਸ਼ਟ ਤੋਂ ਛੁਟਕਾਰਾ ਮੰਗਿਆ ਤਾਂ ਸਤਿਗੁਰਾਂ ਰਾਜ ਕਰਨ ਦਾ ਬੋਲ ਬਖਸ਼ਿਆ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਪਟਿਆਲੇ ਵਾਲੇ ਨੂੰ ਤੇਰਾ ਘਰ ਸੋ ਮੇਰਾ ਘਰ ਕਹਿ ਕੇ ਮਾਣ ਬਖਸ਼ਿਆ। ਸਭ ਕੁਝ ਮਿਲ ਗਿਆ, ਰਾਜ ਭਾਗ ਵਾਲੇ ਬਣ ਗਏ, ਪਰ ਔਖੀ ਵੇਲੇ ਕਲਗੀਧਰ ਦੇ ਸਿਰਜੇ ਖਾਲਸਾ ਜੀ ਤੋਂ
ਹਰ ਪ੍ਰਕਾਰ ਦੀ ਸਹਾਇਤਾ ਲੈ ਕੇ ਆਪਣੇ ਵੈਰੀਆਂ ਦਾ ਸਿਰ ਦਬਾਉਂਦੇ ਅਤੇ ਰਾਜ ਦੀਆਂ ਹੱਦਾਂ ਵਧਾਉਂਦੇ ਰਹੇ। ਜਦ ਕਦੇ ਖਾਲਸਾ ਜੀ ਦੇ ਸਿਰ ਭੀੜ ਬਣੀ ਤਾਂ ਉਲਟਾ ਵੈਰੀਆਂ ਦੀ ਹੀ ਸਹਾਇਤਾ ਕਰਦੇ ਰਹੇ। ਉਦਾਰ ਚਿੱਤ ਖਾਲਸੇ ਨੇ ਇਹਨਾਂ ਦੀ ਹਰ ਭੁੱਲ ਬਖਸ਼ੀ, ਪਿੱਠ ਨਹੀਂ ਦਿੱਤੀ। ਇਹਨਾਂ ਵੱਲੋਂ ਕਸਰ ਨਹੀਂ ਰਹੀ। ਵੱਡਾ ਘੱਲੂਘਾਰਾ ਵੇਲੇ, ਛੋਟੇ ਘੱਲੂਘਾਰਾ ਵੇਲੇ ਅਬਦਾਲੀ ਵਿਰੁੱਧ ਸ਼੍ਰੀ ਅੰਮ੍ਰਿਤਸਰ ਵਿਖੇ ਜੋ ਘੱਲੂਘਾਰੇ ਤੋਂ 6-7 ਮਹੀਨੇ ਪਿੱਛੋਂ ਲੜਾਈ ਹੋਈ, ਇਹਨਾਂ ਨੇ ਸਾਥ ਨਹੀਂ ਸੀ ਦਿੱਤਾ। ਖਾਲਸਾ ਜੀ ਨੇ ਜਦ ਜੈਨ ਖਾਨ ਨੂੰ ਸਰਹੰਦੋਂ ਬਾਹਰ ਘੇਰ ਲਿਆ, ਤਿਆਰੀਆਂ ਦੋਹਾਂ ਪਾਸਿਆਂ ਤੋਂ ਜਦ ਹੋ ਰਹੀਆਂ ਸਨ ਤਾਂ ਪਟਿਆਲੇ ਵਾਲਾ ਬਾਬਾ ਆਲਾ ਸਿੰਘ ਤਮਾਸ਼ਾਈ ਹੀ ਬਣਿਆ ਰਿਹਾ। ਇਸ ਵਾਰ ਵੀ ਬਿਲਕੁਲ ਹਿੱਸਾ ਨਹੀਂ ਸੀ ਲਿਆ। ਮੁੱਕਦੀ ਗੱਲ, ਇਸ ਘਰਾਣੇ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਅੰਗਰੇਜ਼ਾਂ ਦਾ ਸਾਥ ਦਿੱਤਾ ਅਤੇ ਇੱਕ ਬਲਵਾਨ ਸਿੱਖ ਰਾਜ ਦੇ ਖਾਤਮੇ ਵਿੱਚ ਸਹਾਈ ਹੋਏ ਸਨ। ਅਹਿਮਦ ਸ਼ਾਹ ਵੇਲੇ ਸ਼ਾਹ ਵਲੀ ਖਾਂ ਵਜ਼ੀਰ ਦੇ ਇੱਕ ਨਿੱਕੇ ਜਿਹੇ ਅਹਿਸਾਨ ਥੱਲੇ ਇਹ ਇਸ ਵਜ਼ੀਰ ਦੀ ਗੋਤ ਧਾਰ ਕੇ ਬਾਮਜਾਈ ਬਣ ਗਏ। ਅੰਗਰੇਜ਼ਾਂ ਦੀ ਐਡੀ ਲਗਨ ਨਾਲ ਗੁਲਾਮੀ ਕਬੂਲੀ ਅਤੇ ਅਧੀਨਤਾ ਦਾ ਐਡਾ ਸੋਹਣਾ ਸਬੂਤ ਦਿੱਤਾ ਕਿ ਰਾਜਾ ਭੁਪਿੰਦਰ ਸਿੰਘ ਸਰਕਾਰ ਇੰਗਲਿਸ਼ੀਆਂ ਦਾ ਫਰਜ਼ੰਦੇ ਅਰਜਮੰਦ ਖਾਸ ਬਣ ਗਿਆ। ਦੇਸ਼ ਦੀ ਵੰਡ ਤੱਕ ਸਾਮਰਾਜੀ ਸਰਕਾਰ ਦੀ ਚੰਗੀ ਨਿਕਮ ਹਲਾਲੀ ਕਰ ਕਰਕੇ ਪਟਿਆਲੀਏ ਸੁਰਖਰੂਈਏ ਹਾਸਿਲ ਕਰਦੇ ਰਹੇ। ਸਿੰਘਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਜੈਨ ਖਾਨ ਨੂੰ ਸਰਹੰਦੋਂ ਬਾਹਰ ਘੇਰ ਕੇ 4 ਮਾਘ ਸੰਮਤ 1820 ਬਿਕਰਮੀ ਮੁਤਾਬਿਕ 14 ਜਨਵਰੀ 1764 ਵਾਲੀ ਰਾਤ ਨੂੰ ਮਾਰ ਲਿਆ। ਸਰਹੰਦ ਕਿਲੇ ਉੱਤੇ ਕਬਜ਼ਾ ਕਰਕੇ ਬੱਚੇ, ਬੁੱਢੇ, ਔਰਤਾਂ ਅਤੇ ਹਿੰਦੂਆਂ ਨੂੰ ਛੱਡ ਕੇ ਸਾਰਾ ਸ਼ਹਿਰ ਤੇਗ ਦੀ ਧਾਰ ਲੰਘਾ ਦਿੱਤਾ। ਸਾਰੇ ਸ਼ਹਿਰ ਦਾ ਮਲਬਾ ਬਣਾ ਕੇ ਉੱਤੇ ਖੋਤਿਆਂ ਨਾਲ ਹੱਲ ਵਾਹੇ। ਫਿਰ ਇਹ ਪ੍ਰਥਾ ਚੱਲੀ ਕਿ ਸਰਹੰਦ ਵਿੱਚ ਦੀ ਲੰਘਦਾ ਹਰ ਕੋਈ ਸਿੱਖ ਇਸ ਦੀਆਂ ਖੰਡਰਾਂ ਚੋਂ 5 ਇੱਟਾਂ ਲੈ ਜਾਂਦਾ, ਪੂਰਬ ਨੂੰ ਜਾਣ ਵਾਲਾ ਦਰਿਆ ਜਮਨਾ ਵਿੱਚ ਜਾ ਸੁੱਟਦਾ ਅਤੇ ਪੱਛਮ ਵਾਲਾ ਸਤਲੁਜ ਵਿੱਚ ਸੁੱਟ ਦਿੰਦਾ। ਇੰਜ ਬੰਦਾ ਸਿੰਘ ਦੇ ਸਾਥੀ ਸਿੰਘਾਂ ਦੇ ਸਹਿਜ ਸੁਭਾਅ ਨਿਕਲੇ ਬੋਲ ਖਾਲਸੇ ਨੇ ਪੂਰੇ ਕਰ ਦਿੱਤੇ। ਤਮਾਸ਼ਾਈਆਂ ਵਿੱਚ ਸਾਰੇ ਮੂਰਖ ਹੀ ਨਹੀਂ ਹੁੰਦੇ। ਸੂਝਵਾਨ ਮੁਸਲਮਾਨ ਲੋਕ ਸੁਣ ਕੇ ਲਾ ਹੌਲ ਬਿਲਾ ਕੁਵਤਾ ਲਾ ਇਲਾ ਬਿੱਲਾ ਪੜ੍ਹਦੇ ਹੋਏ ਇਹਨਾਂ ਲੋਕਾਂ ਦੀ ਨਿਡਰ ਜੁਰਅਤ, ਦਲੇਰੀ ਅਤੇ ਇਹਨਾਂ ਦੇ ਅਥਾਹ ਹੌਸਲੇ ਦੀ ਦਾਤ ਦੇਂਦੇ ਅਸ਼ ਕਰ ਰਹੇ ਸਨ। ਦੂਰ ਦੀ ਸੋਚਣ ਵਾਲੇ ਦਿਲੋਂ ਕੰਬ ਰਹੇ ਸਨ ਕਿ ਸਿੰਘਾਂ ਦੇ ਬੋਲ ਪੁੱਗ ਕੇ ਰਹਿਣਗੇ। ਮੁਗਲ ਹਕੂਮਤ ਅਤੇ ਇਹ ਫੌਜਾਂ ਜੋ ਲੋਕਾਂ ਨੂੰ ਖੁਸ਼ ਕਰਨ ਲਈ ਅਤੇ ਆਪਣਾ ਦਬਦਬਾ ਬਣਾਉਣ ਲਈ ਇਹਨਾਂ ਬੇਬਸ ਕੀਤੇ ਕੈਦੀਆਂ ਉੱਤੇ ਜ਼ੁਲਮ ਜ਼ਬਰ ਢਾਹ ਰਹੀਆਂ ਹਨ, ਅਵੱਸ਼ ਹਕੂਮਤ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਨਾਲ ਹੀ ਸਾਡਾ ਵੀ ਘਾਣ ਹੋਵੇਗਾ। ਲਾਜ਼ਮੀ ਸਰਹੰਦ ਦੀ ਇੱਟ ਨਾਲ ਇੱਟ ਖੜਕੂ ਅਤੇ ਸਫਨ ਸਫਾ ਹੋਵੇਗਾ। ਇਸ ਤਰ੍ਹਾਂ ਸਰਹੰਦ ਦਿਆਂ ਬਾਜ਼ਾਰਾਂ ਵਿੱਚ ਦੀ ਲੰਘਾ ਕੇ ਸਿੰਘਾਂ ਨੂੰ ਜਲੀਲ ਕਰਨ ਦੀ ਘਟਨਾ ਨੂੰ 50 ਸਾਲ ਵੀ ਨਹੀਂ ਸਨ ਹੋਏ ਕਿ ਸਿੰਘਾਂ ਨੇ ਸਰਹੰਦ ਦੀ ਜੜ ਪੁੱਟ ਗੁਆਈ ਅਤੇ ਸਾਰੇ ਸ਼ਹਿਰ ਉੱਤੇ ਖੋਤਿਆਂ ਨਾਲ ਹਲ ਵਾਹ ਦਿੱਤੇ। ਬਾਜ਼ਾਰ ਵਾਲੀ ਘਟਨਾ ਦੇ ਚਸ਼ਮਦੀਦ ਗਵਾਹ ਜੋ ਉਸ ਵੇਲੇ ਗੱਭਰੂ ਸਨ, ਅਜੇ ਜਿਉਂਦੇ ਸਨ ਜਦ ਉਹਨਾਂ ਦੀ ਇਸ ਤਰ੍ਹਾਂ ਬੁਰੀ ਬਾਬ ਹੁੰਦੀ ਅੱਖੀਂ ਡਿੱਠੀ। ਉਸ ਵੇਲੇ ਟਿਚਕਰਾਂ ਕਰਨ ਵਾਲੇ, ਗਾਲੀਆਂ ਦੇਣ ਵਾਲੇ ਅੱਜ ਸਿੰਘਾਂ ਅੱਗੇ ਨਿਗੂਣੀ ਜਾਨ ਬਚਾਉਣ ਲਈ ਹਾੜੇ ਕੱਢ ਰਹੇ ਸਨ। ਸਮਾਂ ਜਲਦੀ ਹੀ ਸਾਰੇ ਹਿਸਾਬ ਕਿਤਾਬ ਬਰਾਬਰ ਕਰ ਦਿੰਦਾ ਹੈ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦੇ 173 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।